ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਹੈਗੀਆਂ ਇਸ ਵੀਕ ਦੀਆਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲੀ ਖਬਰ ਜਿਹੜੀ ਆ ਉਹ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਨਹੀਂ ਆ, ਉਹ ਲੇਕਿਨ US ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਆ ਕਿ ਸੁਪਰੀਮ ਕੋਰਟ ਨੇ ਰਿਫਿਊਜ਼ ਕਰਤਾ ਬੁੱਧਵਾਰ ਨੂੰ ਆ ਜਿਹੜਾ ਕੱਲ ਕਿ ਜਿਹੜੀ ਹਾਊਸ ਕਮੇਟੀ ਨੂੰ ਬਲੌਕ ਕਰਨ ਤੋਂ ਕਿ ਉਹ ਜਿਹੜੇ ਪਹਿਲੇ ਰਾਸ਼ਟਰਪਤੀ ਸੀਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਜਿਹੜੇ ਡਾਕੂਮੈਂਟਸ ਨੇ ਜਿਨ੍ਹਾਂ ਨਾਲ ਸੰਬੰਧ ਕਿ ਜਨਵਰੀ 6 ਜਿਹੜਾ ਹਮਲਾ ਹੋਇਆ ਸੀਗਾ US ਕੈਪੀਟਲ ਤੇ ਉਹਦੇ ਨਾਲ ਆ, ਤੇ ਉਹਨਾਂ ਡਾਕੂਮੈਂਟਸ ਨੂੰ ਉਹ ਹੁਣ ਲੈ ਸਕੇਗੀ ਤੇ ਉਹਨਾਂ ਨੇ ਉਹ ਬਲੌਕ ਕਰਨ ਤੋਂ ਮਨਾ ਕਰਤਾ ਕਿਉਂਕਿ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀਗਾ ਉਹਨੇ ਇਹ ਕਿਹਾ ਸੀ ਕਿ ਸੁਪਰੀਮ ਕੋਰਟ ਨੂੰ ਵੀ ਇਹ ਜਿਹੜਾ ਹਾਊਸ ਜਿਹੜੀ ਕਮੇਟੀ ਇਨਵੈਸਟੀਗੇਟ ਇਹਨੂੰ ਕਰ ਰਹੀ ਆ ਉਹਨੂੰ ਬਲੌਕ ਕਰ ਦਿਓ, ਰੋਕ ਦਿਓ ਕਿ ਉਹ ਜਿਹੜੇ ਉਹਦੇ ਡਾਕੂਮੈਂਟ ਹੈਗੇ ਆ ਉਹ ਨਾ ਲੈ ਸਕੇ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਉਹਨਾਂ ਦਾ ਹੱਕ ਹੈ ਡਾਕੂਮੈਂਟ ਲੈਣੇ। The brief decision avoided a detailed analysis of Trump's argument that documents should remain confidential, which could have redefined the contours of executive privilege for the first time in nearly 50 years. The court ne je likhya, the question whether and in what circumstances a former president may obtain a court order preventing disclosure of privileged records from his tenure in the office in the face of a determination by incumbent president to waive the privilege are unprecedented and raise serious and substantial concerns. So ਕੋਰਟ ਨੇ ਇਹ ਕਿਹਾ ਕਿ ਜਿਹੜਾ ਫਾਰਮਰ ਪ੍ਰੈਜ਼ੀਡੈਂਟ ਆ ਉਹ ਨਹੀਂ ਰੋਕ ਸਕਦਾ ਹਾਊਸ ਨੂੰ ਜਾਂ ਕਿਸੇ ਵੀ ਜਿਹੜੀ ਗਵਰਨਮੈਂਟ ਦੀ ਬਾਡੀ ਇਨਵੈਸਟੀਗੇਟ ਕਰ ਰਹੀ ਆ ਡਾਕੂਮੈਂਟਸ ਲੈਣ ਤੋਂ, ਤੇ ਇਸ ਕਰਕੇ ਉਹ ਡਾਕੂਮੈਂਟ ਜਿਹੜੇ ਨੇ ਉਹ ਹੁਣ ਜਿਹੜੇ ਉਹਨਾਂ ਦੇ ਕਾਰਜਕਾਲ ਦੌਰਾਨ ਸੀਗੇ, ਕਿਉਂਕਿ ਉਸ ਟਾਈਮ ਤੇ ਉਹ ਪ੍ਰੈਜ਼ੀਡੈਂਟ ਸੀਗੇ ਪਿਛਲੇ ਸਾਲ 6 ਜਨਵਰੀ ਨੂੰ, ਉਹ ਹੁਣ ਜਿਹੜੀ ਹਾਊਸ ਦੀ ਕਮੇਟੀ ਇਨਵੈਸਟੀਗੇਟ ਕਰ ਰਹੀ ਹੈ ਹਮਲੇ ਨੂੰ ਉਹਨਾਂ ਕੋਲ ਚਲੇ ਜਾਣਗੇ ਤੇ ਉਹਦੇ ਨਾਲ ਫਿਰ ਉਹਨਾਂ ਕੋਲ ਕਾਫੀ ਜਾਣਕਾਰੀ ਜਿਹੜੀ ਉਹਦੇ ਵਿੱਚੋਂ ਲੈਣੀ ਚਾਹੁੰਦੇ ਆ ਉਹ ਉਹਨਾਂ ਨੂੰ ਮਿਲ ਸਕੇਗੀ। ਤੇ ਇਹ ਇੱਕ ਬੜੀ ਇੰਪੋਰਟੈਂਟ ਖਬਰ ਆ ਕਿਉਂਕਿ ਪਿਛਲੇ ਰਾਸ਼ਟਰਪਤੀ ਟਰੰਪ ਨੇ ਇਹ ਫਾਈਟ ਕੀਤਾ ਸੀ ਕਿ ਹੰਡਰਡਸ ਆਫ ਪੇਜਸ ਆਫ ਡਾਕੂਮੈਂਟਸ ਨੇ ਨੈਸ਼ਨਲ ਆਰਕਾਈਵਸ ਤੇ ਰੈਕਰਡਸ ਐਡਮਿਨਿਸਟ੍ਰੇਸ਼ਨ ਤੋਂ ਕਿ ਇਹ ਕੌਨਫੀਡੈਂਸ਼ੀਅਲ ਰਹਿਣੇ ਚਾਹੀਦੇ ਆ ਤੇ ਇਹ ਨਹੀਂ ਜਾਣੇ ਚਾਹੀਦੇ, ਲੇਕਿਨ ਕੋਰਟ ਨੇ ਕਿਹਾ ਵੀ ਇਹ ਜਿਹੜੇ ਡਾਕੂਮੈਂਟ ਹੈਗੇ ਆ ਇਹਨਾਂ ਨੂੰ ਉਸ ਕਮੇਟੀ ਕੋਲ ਜਾਣ ਨੂੰ ਕੋਈ ਨਹੀਂ ਰੋਕ ਸਕਦਾ। ਤੇ ਇਹਦੇ ਵਿੱਚ ਕਾਫੀ ਇੰਪੋਰਟੈਂਟ ਕਈ ਡਾਕੂਮੈਂਟਸ ਨੇ ਜਿਨ੍ਹਾਂ ਦੇ ਵਿੱਚ ਕਿ ਹੈਂਡ ਰਿਟਨ ਨੋਟਸ ਨੇ ਟਰੰਪ ਦੇ ਆਪਣੇ ਹੱਥ ਨਾਲ ਲਿਖੇ ਹੋਏ, ਤੇ ਉਹਦੇ ਨਾਲ ਹੋਰ ਵੀ ਇੱਦਾਂ ਦਾ ਕਈ ਕੁਛ ਹੈਗਾ ਜਿਹੜਾ ਕਿ ਉਹਦੇ ਖਿਲਾਫ ਜਾ ਸਕਦਾ। ਤੇ ਇਹਦੇ ਨਾਲ ਹੁਣ ਅੱਗੇ ਦੇਖਣਾ ਹੋਏਗਾ ਕਿ ਉਹ ਕਮੇਟੀ ਜਿਹੜੀ ਉਹਦੇ ਹੱਥ ਕੀ ਲੱਗਦਾ ਤੇ ਇਹਦੇ ਵਿੱਚੋਂ ਇਨਵੈਸਟੀਗੇਸ਼ਨ ਜਿਹੜੀ ਆਉਂਦੀ ਉਹਦੇ 'ਚ ਕੀ ਰੋਲ ਜਿਹੜਾ ਹੈਗਾ ਉਹ ਸਾਰਿਆਂ ਦਾ ਨਿਕਲ ਕੇ ਸਾਹਮਣੇ ਆਉਂਦਾ। ਇਹ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਆ, ਉਹ BIA ਦੀ ਆ, ਬੋਰਡ ਆਫ ਇਮੀਗ੍ਰੇਸ਼ਨ ਅਪੀਲਸ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਿਹੜੀ ਆ ਇਹ ਇਮੀਗ੍ਰੇਸ਼ਨ ਦੀ ਅਪੈਲਟ ਕੋਰਟ ਆ ਜਿਹੜੀ ਕਿ ਵਰਜੀਨੀਆ ਦੇ ਵਿੱਚ ਸਥਿਤ ਆ। ਸਾਰੇ ਅਮਰੀਕਾ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਜੱਜਸ ਦੀਆਂ ਹੁੰਦੀਆਂ ਨੇ ਜਿਹੜੇ ਉਹਨਾਂ ਦੇ ਫੈਸਲੇ ਨੇ ਉਹਨਾਂ ਦੇ ਖਿਲਾਫ ਅਪੀਲ ਕੀਤੀ ਜਾਂਦੀ ਉਹ ਇੱਥੇ ਜਾਂਦੇ ਆ BIA 'ਚ। ਤੇ BIA ਦਾ ਇੱਕ ਇੰਪੋਰਟੈਂਟ ਡਿਸੀਜਨ ਆਇਆ, ਇਹ ਹੈਗਾ ਮੈਟਰ ਆਫ ਸਰਜੀਓ ਰੋਡੋਲਫੋ ਲਪਾਰਾ, ਜਨਵਰੀ 18 2022 ਨੂੰ ਡਿਸਾਈਡ ਹੋਇਆ ਹੁਣੇ। ਇਹਦੇ ਵਿੱਚ ਕੋਰਟ ਨੇ ਕਿਹਾ ਰਿਸਪੋਂਡੈਂਟ ਰਿਸੀਵ ਸਫੀਸ਼ੀਐਂਟ ਰਿਟਨ ਨੋਟਿਸ ਟੂ ਸਪੋਰਟ ਦਾ ਐਂਟਰੀ ਆਫ ਐਨ ਇਨ ਅਬਸਟੈਂਸ਼ੀਆ ਆਰਡਰ ਆਫ ਰਿਮੂਵਲ even if he or she was served with a non-compliant notice to appear that did not specify the time or place of the hearing, where the respondent was properly served with a compliant notice of hearing specifying this information. ਬੜਾ ਇੰਪੋਰਟੈਂਟ ਡਿਸੀਜਨ ਆ। ਉਹਨਾਂ ਨੇ ਕਿਹਾ ਵੀ ਜੇ ਕਿਸੇ ਨੂੰ NTA ਇਸ਼ੂ ਹੁੰਦਾ, ਜਦੋਂ ਵੀ ਕਿਸੇ ਦਾ ਕੇਸ ਇਮੀਗ੍ਰੇਸ਼ਨ ਕੋਰਟ 'ਚ ਭੇਜਿਆ ਜਾਂਦਾ, ਜਦੋਂ ਆ ਬੰਦੇ ਆਪਣੇ ਇੱਥੋਂ ਕੈਂਪਾਂ 'ਚੋਂ ਆਉਂਦੇ ਨੇ ਜਿਹੜੇ ਬਾਰਡਰ ਕ੍ਰਾਸ ਕਰਕੇ ਆਉਂਦੇ, ਇਹਨਾਂ ਨੂੰ ਸਾਰਿਆਂ ਨੂੰ ਨੋਟਿਸ ਆਫ ਅਪੀਅਰ ਦਿੱਤੇ ਜਾਂਦੇ ਆ, ਜਾਂ ਜਿਨ੍ਹਾਂ ਦਾ ਕੇਸ ਅਸੈਲਮ ਆਫਿਸ ਤੋਂ ਰੈਫਰ ਕੀਤਾ ਜਾਂਦਾ ਇਮੀਗ੍ਰੇਸ਼ਨ ਜੱਜ ਕੋਲ, ਜਾਂ ਕਿਸੇ ਦਾ ਕੋਈ ਹੋਰ ਕੇਸ ਆ ਜਿਵੇਂ ਕਈਆਂ ਦੇ ਵਿਆਹ ਦੇ ਕੇਸ ਫੇਲ ਹੋ ਜਾਂਦੇ ਨੇ ਉਹ ਡਿਨਾਈ ਹੁੰਦੇ ਆ, ਤਾਂ ਉਹਨਾਂ ਨੂੰ ਨੋਟਿਸ ਟੂ ਅਪੀਅਰ ਭੇਜਿਆ ਜਾਂਦਾ ਵੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਜਾਓ। ਉਹਦੇ 'ਚ ਇਸ਼ੂ ਇਹ ਸੀਗਾ ਕਿ ਕੀ ਬੰਦੇ ਨੂੰ ਜਿਹੜਾ ਪ੍ਰੋਪਰ ਨੋਟਿਸ ਮਿਲਿਆ ਕਿ ਨਹੀਂ ਮਿਲਿਆ। ਉਹ ਕੋਰਟ ਨੇ ਕਿਹਾ ਕਿ ਜਿਹੜਾ ਨੋਟਿਸ ਟੂ ਅਪੀਅਰ ਆ, ਜੇ ਉਹਦੇ ਵਿੱਚ ਟਾਈਮ ਤੇ ਡੇਟ ਨਹੀਂ ਵੀ ਲਿਖੀ ਹੀਅਰਿੰਗ ਦੀ, ਇਹ ਨਹੀਂ ਲਿਖਿਆ ਵੀ ਕਿੰਨੇ ਵਜੇ ਡੇਟ ਆ ਕੀ ਆ, ਲੇਕਿਨ ਉਹਨੂੰ ਨੋਟਿਸ ਟੂ ਅਪੀਅਰ ਜਿਹੜੇ ਚਾਰਜਸ ਨੇ ਉਹਦੇ 'ਚ ਉਹ ਲਾ ਕੇ ਉਹਨੂੰ ਉਹ ਲੈਟਰ ਮਿਲ ਗਈ ਆ, ਤਾਂ ਉਹ ਸਫੀਸ਼ੀਐਂਟ ਆ ਕਿ ਉਹਨੂੰ ਸਰਵ ਹੋ ਗਿਆ। ਜੇ ਉਹ ਡੇਟ ਤੇ ਨਹੀਂ ਜਾਂਦਾ ਤਾਂ ਉਹਦੀ ਗਲਤੀ ਆ, ਉਹਦੀ ਜ਼ਿੰਮੇਵਾਰੀ ਹੈ ਡੇਟ ਦਾ ਉਹ ਖੁਦ ਪਤਾ ਕਰੇ। ਇਸ ਕੇਸ ਦੇ ਵਿੱਚ ਔਨ ਜੁਲਾਈ 19 2021 the respondent filed a motion with the board to reopen and terminate his removal proceedings
or alternative to reopen and rescind the in absentia order of removal entered against him on April 12 2010 ਤੇ ਉਹਦੇ ਖਿਲਾਫ ਇਮੀਗ੍ਰੇਸ਼ਨ ਜੱਜ ਨੇ ਇਨ absentia ਆਰਡਰ ਕੀਤਾ ਸੀ ਵੀ ਇਹ ਡੇਟ ਤੇ ਨਹੀਂ ਗਿਆ, ਡਿਪੋਰਟੇਸ਼ਨ ਲਾਈ ਸੀ ਤੇ ਉਹਨੇ ਉਹਦੀ ਅਪੀਲ ਕੀਤੀ ਕਿ ਮੇਰੇ ਖਿਲਾਫ ਜਿਹੜਾ ਰੀਓਪਨ ਕੇਸ ਹੋਣਾ ਚਾਹੀਦਾ। ਤੇ ਹੋਇਆ ਇਹ ਸੀ ਕਿ ਮਾਰਚ 19 2010 ਨੂੰ the immigration court sent a notice of hearing to the respondent at the address provided, notifying him that his initial hearing was scheduled to take place before the Boston Immigration Court on April 8 2010 at 1:30 ਤੇ respondent did not appear। ਇਹਨੂੰ ਉੱਥੇ ਕੋਰਟ 'ਚ ਬੁਲਾਇਆ ਗਿਆ ਸੀ ਮਾਰਚ 19 2010 ਨੂੰ ਲੈਟਰ ਗਈ ਸੀ ਤੇ ਡੇਟ ਸੀ ਅਪ੍ਰੈਲ 8 2010 ਦੀ, ਇਹ ਡੇਟ ਤੇ ਨਹੀਂ ਗਿਆ ਤੇ ਉਹਦੇ ਕਰਕੇ ਜੱਜ ਨੇ ਤੇ ਜਿਹੜੀ ਹੈਗੀ ਆ ਉਹ ਡਿਪੋਰਟੇਸ਼ਨ ਦਾ ਆਰਡਰ ਇਨ absentia ਮਤਲਬ ਕਰਤਾ। ਉਹਨੇ ਕਿਹਾ ਜਿਹੜਾ ਹੈਗਾ ਰਿਸਪੋਂਡੈਂਟ ਨੇ ਉਹਨੇ ਜਿਹੜਾ ਨਿਲ ਚਾਵੇਜ਼ ਵਰਸਸ ਗਾਰਲੈਂਡ ਦਾ ਕੇਸ ਆ ਉਹ ਸਾਈਟ ਕਰਕੇ ਕਿ ਉਹਨੂੰ ਜਿਹੜਾ ਹੀਅਰਿੰਗ ਦਾ ਰਿਟਨ ਨੋਟਿਸ ਸੀਗਾ ਉਹਦੇ ਬਾਰੇ ਜਿਹੜਾ NTA ਸੀ ਨੋਟਿਸ ਟੂ ਅਪੀਅਰ ਸੀ ਉਹਦੇ ਵਿੱਚ ਨਹੀਂ ਇਹ ਲਿਖਿਆ ਗਿਆ ਤੇ ਕਿਉਂਕਿ ਉਹਨੇ ਕਿਹਾ ਕਿ ਜਿਹੜਾ NTA ਨੂੰ ਇਸ਼ੂ ਕੀਤਾ ਸੀ ਨੋਟਿਸ ਟੂ ਅਪੀਅਰ ਉਹਦੇ ਵਿੱਚ ਡੇਟ ਤੇ ਟਾਈਮ ਹੀਅਰਿੰਗ ਦਾ ਲਿਸਟ ਨਹੀਂ ਸੀ ਕੀਤਾ ਗਿਆ, ਪਰ ਜਿਹੜੀ ਕੋਰਟ ਹੈਗੀ ਆ ਉਹਨੇ ਕਿਹਾ ਵੀ ਨਹੀਂ ਤੁਹਾਨੂੰ ਅਸੀਂ ਨੋਟਿਸ ਭੇਜਿਆ ਸੀ, ਡੇਟ ਦਾ ਇੱਕ ਵੱਖਰਾ ਲੈਟਰ ਭੇਜਿਆ ਸੀ ਜਿਹੜਾ ਉਹਨੂੰ ਮਿਲਿਆ ਸੀ ਤੇ ਇਹਦੇ ਕਰਕੇ ਇਹ ਆਰਗੂਮੈਂਟ ਜਿਹੜਾ ਉਹ ਨਹੀਂ ਬਣਦਾ ਤੇ ਇਹਨੂੰ ਟਾਈਮ ਤੇ ਡੇਟ ਦਾ ਪਤਾ ਸੀ, ਇਹ ਨਹੀਂ ਗਿਆ ਤੇ ਉਹਨੂੰ ਐਕਸਪਲੇਨ ਨਹੀਂ ਮਤਲਬ ਕਰ ਸਕਿਆ। ਤੇ ਇਹਦੇ 'ਚ ਕੋਰਟ ਨੇ ਕਿਹਾ ਕਿ ਜਿਹੜਾ ਰਿਟਨ ਨੋਟਿਸ ਹੈ ਉਹ ਸਫੀਸ਼ੀਐਂਟ ਆ ਜੇ ਉਹਨੂੰ ਇਹ ਗੱਲ ਇਨਫੋਰਮ ਜਿਹੜੀ ਕੀਤੀ ਜਾਵੇ ਵੀ ਡੇਟ ਕਿੱਥੇ ਆ, ਕਦੋਂ ਆ, ਕਿੰਨੇ ਵਜੇ ਆ। ਉਹ ਜਿਹੜਾ ਵੱਖਰਾ ਲੈਟਰ ਗਿਆ ਕੋਰਟ ਨੇ ਕਿਹਾ ਵੀ ਉਹ ਇਹਦੇ ਵਿੱਚ ਸਫੀਸ਼ੀਐਂਟ ਹੋਏਗਾ। ਤੇ ਇਹਦੇ 'ਚ ਇਹ ਇੱਕ ਬੜਾ ਇੰਟਰਸਟਿੰਗ ਡਿਸੀਜਨ ਆ। ਇਹਦੇ 'ਚ ਹੁਣ ਇਹ ਆ ਵੀ ਜੇ ਕਿਸੇ ਦਾ ਡਿਫੈਕਟਿਵ NTA ਇਸ਼ੂ ਹੋਇਆ, ਡਿਫੈਕਟਿਵ ਤੋਂ ਭਾਵ ਇਹ ਆ ਵੀ ਜੇ NTA ਦੇ ਵਿੱਚ ਡੇਟ ਤੇ ਟਾਈਮ ਹੀਅਰਿੰਗ ਦਾ ਨਹੀਂ ਲਿਖਿਆ ਲੇਕਿਨ ਉਸ ਤੋਂ ਬਾਅਦ ਉਹਨੂੰ ਲੈਟਰ ਭੇਜਿਆ ਜਾਂਦਾ ਕੋਰਟ ਵੱਲੋਂ ਵੀ ਫਲਾਣੀ ਤਰੀਕ ਨੂੰ ਆਪਣੀ ਡੇਟ ਤੇ ਆ ਜਾ, ਤੇ ਜੇ ਉਹ ਨਹੀਂ ਜਾਂਦਾ ਤਾਂ ਉਹਦੇ ਖਿਲਾਫ ਉਹ ਜਿਹੜੀ ਹੈਗੀ ਆ ਉਹ ਕਾਰਵਾਈ ਕੀਤੀ ਜਾ ਸਕਦੀ ਆ। ਜਿਹੜਾ NTA ਦੇ ਵਿੱਚ ਜਿਹੜਾ ਡਿਫੈਕਟ ਆ ਉਹ ਉਹਨੂੰ ਅਪੀਅਰ ਹੋਣ ਤੋਂ ਐਕਸਕਿਊਜ਼ ਨਹੀਂ ਕਰੇਗਾ, ਉਹਨੂੰ ਕੋਰਟ ਦੀ ਜਿਹੜੀ ਡੇਟ ਹੈਗੀ ਆ ਉਹ ਆਉਣਾ ਪਵੇਗਾ। ਤੇ ਇਹ ਇੱਕ 5th ਸਰਕਟ ਦਾ ਰੂਲ ਆ ਰੀਸੈਂਟ, ਉਹਨੂੰ ਵੀ ਕੋਰਟ ਨੇ ਸਾਈਟ ਕੀਤਾ, ਰੋਡਰੀਗਸ ਵਰਸਸ ਗਾਰਲੈਂਡ। ਤੇ ਉਹਨਾਂ ਨੇ ਇਹ ਕਿਹਾ ਕਿ ਉਹ ਕੇਸ ਇਹਨਾਂ ਤੇ ਅਪਲਾਈ ਨਹੀਂ ਹੁੰਦਾ ਕਿਉਂਕਿ ਇਸ ਬੰਦੇ ਨੂੰ ਜਿਹੜਾ ਇਮੀਗ੍ਰੇਸ਼ਨ ਕੋਰਟ ਆ ਉਹਨੇ ਇਨਫੋਰਮ ਕਰਤਾ ਸੀਗਾ ਡੇਟ ਬਾਰੇ, ਪਰ ਜੇ NTA ਡਿਫੈਕਟਿਵ ਹੀ ਸੀਗਾ, ਜਿਹੜਾ ਬਾਅਦ ਦਾ ਲੈਟਰ ਸੀ ਮਿਲਿਆ, ਇਹਦੇ ਕਰਕੇ ਉਹ ਜੇ ਨਹੀਂ ਗਿਆ ਤਾਂ ਉਹਦੀ ਜ਼ਿੰਮੇਵਾਰੀ ਆ ਤਾਂ ਉਹਦਾ ਕੇਸ ਰੀਓਪਨ ਨਹੀਂ ਹੋਏਗਾ, ਉੱਤੇ ਡੈਪੂਟੇਸ਼ਨ ਲੱਗੇਗੀ। ਅਗਲੀ ਜਿਹੜੀ ਖਬਰ ਹੈਗੀ ਆ ਉਹ ਰਿਮੇਨ ਇਨ ਮੈਕਸੀਕੋ ਬਾਰੇ ਆ। ਇਹਦੇ ਬਾਰੇ ਸਾਨੂੰ ਕਾਫੀ ਸਵਾਲ ਜਿਹੜੇ ਆ ਉਹ ਆਉਂਦੇ ਆ। ਇਹ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਇਹ ਅਜੇ ਤੱਕ ਵੀ ਜਿਹੜੇ ਆਪਣੇ ਪੰਜਾਬੀ ਲੋਕ ਆਉਂਦੇ ਨੇ ਜਾਂ ਇੰਡੀਆ ਤੋਂ ਲੋਕ ਆਉਂਦੇ ਆ ਜਾਂ ਪੰਜਾਬ ਤੋਂ ਆਉਂਦੇ, ਹਰਿਆਣੇ ਤੋਂ ਆਉਂਦੇ ਆ, ਉਹਨਾਂ ਤੇ ਲਾਗੂ ਨਹੀਂ ਹੋਈ, ਉਹ ਸਟਿਲ ਆ ਰਹੇ ਨੇ। ਪਿਛਲੇ ਹਫਤੇ 8 ਬੰਦੇ ਅਸੀਂ ਜਿਹੜੇ ਉੱਥੋਂ ਆਏ ਸੀਗੇ ਬਾਰਡਰ ਕ੍ਰਾਸ ਕਰਕੇ ਇੱਥੇ ਕੈਂਪਾਂ ਦੇ ਵਿੱਚ, ਉਹਨਾਂ ਨੂੰ ਕਢਾਇਆ ਜੇਲ੍ਹ ਚੋਂ ਤੇ ਉਹ ਹੁਣੇ ਹੀ ਆਏ ਸੀ ਹਫਤਾ 10 ਦਿਨ ਪਹਿਲਾਂ ਹੀ। ਤੇ ਕਾਫੀ ਬੰਦਿਆਂ ਨੂੰ ਇਹ ਅੱਜ ਕੱਲ੍ਹ ਜਿਹੜੀ ਇਮੀਗ੍ਰੇਸ਼ਨ ਕੈਂਪ ਜਿਹੜੀ ਜੇਲ੍ਹ ਆ ਉਹਦੇ 'ਚ ਨਹੀਂ ਲਿਜਾਂਦੇ, ਇਹ ਪਹਿਲਾਂ ਹੀ ਜਿਹੜਾ ਰਿਲੀਜ਼ ਕਰ ਦਿੰਦੇ ਆ ਗਰੰਟਰ ਦੇ ਕੋਲ, ਤੇ ਉਸ ਤੋਂ ਬਾਅਦ NTA ਵਗੈਰਾ ਇਸ਼ੂ ਹੁੰਦਾ ਤੇ ਉਹ ਬੰਦਾ ਦੇ ਬਿਆਨ ਵੀ ਨਹੀਂ ਹੁੰਦੇ, ਬਿਆਨ ਤੋਂ ਬਿਨਾਂ ਹੀ ਛੱਡੀ ਜਾਂਦੇ ਆ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹ ਗੱਲ ਨੂੰ ਜਸਟੀਫਾਈ ਕਰ ਰਹੇ ਹਾਂ ਵੀ ਆਉਣਾ ਠੀਕ ਆ। ਮੈਂ ਅੱਗੇ ਵੀ ਕਹਿੰਦਾ ਹੁੰਦਾ ਆਪਣੀ ਵੀਡੀਓਜ਼ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਸਹੀ ਤਰੀਕੇ ਨਾਲ ਆਉਣਾ ਚਾਹੀਦਾ, ਇਸ ਤਰੀਕੇ ਨਾਲ ਬਾਰਡਰ ਕ੍ਰਾਸ ਕਰਕੇ ਇਲੀਗਲੀ ਆਉਣਾ ਗਲਤ ਹੈ ਕਿਉਂਕਿ ਇਹ ਗੈਰ ਕਾਨੂੰਨੀ ਆ ਤੇ ਇਹਦੇ ਨਾਲ ਜਿਹੜੇ ਲਾ ਦੀ ਵਾਇਲੇਸ਼ਨ ਤਾਂ ਹੈ ਹੀ, ਪਰ ਨਾਲ ਦੀ ਨਾਲ ਥੋੜੀ ਜਾਨ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਜਿਹੜੇ ਬੰਦੇ ਲੈ ਕੇ ਆਉਂਦੇ ਆ ਉਹਦੇ 'ਚ ਤੁਹਾਡੀ ਜਾਨ ਮਾਲ ਦੀ ਕੋਈ ਸੁਰੱਖਿਆ ਜਿਹੜੀ ਆ ਉਹ ਨਹੀਂ ਹੁੰਦੀ ਕਿਉਂਕਿ ਉਹ ਬੰਦਿਆਂ ਦੀ ਕ੍ਰੈਡੀਬਿਲਿਟੀ ਇਹਦੇ ਵਿੱਚ ਕੋਈ ਨਹੀਂ ਹੈਗੀ। ਸੋ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆ ਇਹ ਮੈਂ ਫੇਰ ਦੁਹਰਾ ਰਿਹਾ ਕਿ ਇਸ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਪਰ ਜਿਹੜੇ ਲੋਕ ਇਹ ਸਵਾਲ ਪੁੱਛਦੇ ਨੇ ਕਿ ਜੀ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਹ ਕੀ ਸਾਡੇ ਪੰਜਾਬੀਆਂ ਤੇ ਜਾਂ ਇੰਡੀਅਨ ਜਿਹੜੇ ਬੰਦੇ ਆਉਂਦੇ ਉਹਨਾਂ ਤੇ ਲਾਗੂ ਹੁੰਦੀ ਆ, ਉਹਦਾ ਜਵਾਬ ਹੈ ਵੀ ਨਹੀਂ ਲਾਗੂ ਹੋਈ ਅਜੇ ਤੱਕ। ਉਹ ਆ ਰਹੇ ਨੇ ਤੇ ਉਹਨਾਂ ਨੂੰ ਇੱਥੇ ਰਿਲੀਜ਼ ਜਿਹੜਾ ਕੀਤਾ ਜਾ ਰਿਹਾ ਜਾਂ ਇਮੀਗ੍ਰੇਸ਼ਨ ਜਿਹੜੀ ਜੇਲ੍ਹ ਆ ਉੱਥੇ ਭੇਜ ਦਿੰਦੇ ਆ, ਉੱਥੇ ਉਹਨਾਂ ਦਾ ਬੌਂਡ ਵਗੈਰਾ ਇਮੀਗ੍ਰੇਸ਼ਨ ਜੱਜ ਅੱਗੇ ਜਿਹੜਾ ਉਹ ਅਪਲਾਈ ਹੁੰਦਾ। ਇਹ ਤੋਂ ਬਾਅਦ ਅਗਲੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਅਮਰੀਕਾ ਦੇ ਏਅਰਪੋਰਟਾਂ ਬਾਰੇ ਕਿ ਜਿਹੜਾ 5G ਨੈਟਵਰਕ ਆ ਉਹ
ਲਾਗੂ ਹੁਣ ਹੋਣਾ ਸੀ। ਉਹ ਖਾਸ ਕਰਕੇ ਜਿਹੜੀਆਂ ਵੱਡੀਆਂ AT&T ਆ, T-Mobile ਆ, Verizon ਆ, ਇਹਨਾਂ ਨੇ ਆਪਣੇ ਆਪ ਨੂੰ ਸਵਿਚ ਕਰਨਾ ਸੀ 5G ਜਿਹੜਾ ਹੈਗੀ ਆ ਜਿਹੜੀ ਸੁਵਿਧਾ ਆ ਉਹ ਬੜੀ ਫਾਸਟ ਹੈ ਜਿਹੜਾ 4G ਨਾਲੋਂ 5G। ਲੇਕਿਨ ਉਹਦੇ ਨਾਲ ਕੀ ਆ ਕਿ ਉਹ ਕਹਿੰਦੇ ਆ ਵੀ ਕਈ ਜਿਹੜੇ 에ਅਰਪਲੇਨ ਨੇ ਉਹਨਾਂ ਦੇ ਜਿਹੜੇ ਸਿਸਟਮ ਹੈਗੇ ਉਹ ਅਪਡੇਟਡ ਨਹੀਂ ਹੈਗੇ, 5G ਦੀ ਕੰਪੈਟੀਬਲ ਨਹੀਂ ਹੈਗੇ। ਉਹਦੇ ਕਰਕੇ ਉਹਨਾਂ ਦੀ ਜਿਹੜੀ ਲੈਂਡਿੰਗ ਆ ਜਦੋਂ 에ਅਰਪੋਰਟ ਤੇ ਪਲੇਨ ਉਤਰਦਾ ਉਹ 'ਤੇ ਅਸਰ ਪਾ ਸਕਦੇ ਆ, ਕਿਉਂਕਿ ਹੋ ਸਕਦਾ ਵੀ ਉਹਨੂੰ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਉਹਦੀ ਕਨੈਕਟੀਵਿਟੀ ਨਾ ਹੋਵੇ ਗਰਾਊਂਡ ਨਾਲ, ਉਹਨੂੰ ਇਹ ਨਾ ਪਤਾ ਲੱਗੇ ਕਿ ਪਲੇਨ ਜਿਹੜਾ ਹੈਗਾ ਉਹਨੇ ਲੈਂਡ ਕਦੋਂ ਕਰਨਾ, ਤੇ ਇਹ ਨਾ ਹੋਵੇ ਇੱਕੋ ਟਾਈਮ ਤੇ ਦੋ ਪਲੇਨ ਇੱਕੋ ਹੀ ਜਗ੍ਹਾ ਲੈਂਡ ਕਰ ਜਾਣ ਤੇ ਉੱਥੇ ਕੋਈ ਹਾਦਸਾ ਹੋ ਜਾਵੇ। ਇਸ ਕਰਕੇ ਕਾਫੀ ਜਿਹੜੀਆਂ 에ਅਰਲਾਈਨਾਂ ਨੇ ਆਪਣੀਆਂ ਫਲਾਈਟਾਂ ਅਜੇ ਕੈਂਸਲ ਕਰਤੀਆਂ, ਹੁਣ ਦੁਬਾਰਾ ਰਿਜ਼ਿਊਮ ਹੋਣਗੀਆਂ। ਬਲਕਿ ਕਈ ਜਿਹੜੀਆਂ ਕੰਪਨੀਜ਼ ਹੈਗੀਆਂ ਖਾਸ ਕਰਕੇ AT&T, Verizon, ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ 5G ਆ ਅਸੀਂ 에ਅਰਪੋਰਟ ਦੇ ਆਲੇ ਦੁਆਲੇ ਜਿਵੇਂ 2 ਮੀਲ ਜਾਂ 1 ਮੀਲ ਦੇ ਏਰੀਆ ਦੇ ਵਿੱਚ ਉੱਥੇ ਨਹੀਂ ਉਹ ਲਾਗੂ ਕਰਾਂਗੇ, ਉਹ ਦੇਵਾਂਗੇ ਸੁਵਿਧਾ, ਤੇ ਉੱਥੋਂ ਦੇ ਬੰਦੇ 4G ਹੀ ਯੂਜ਼ ਕਰਨਗੇ, ਪਰ ਬਾਕੀ ਥਾਵਾਂ ਤੇ ਹੋਏਗਾ। ਇਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਜਿਹੜੀ ਸਰਕਾਰ ਉਹ ਕਰ ਰਹੀ ਹੈ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਕੁਝ ਜਿਹੜੀਆਂ ਇਮੀਗ੍ਰੇਸ਼ਨ ਕੋਰਟਾਂ ਨੇ, ਜਿਨ੍ਹਾਂ ਵਿੱਚ ਕਿ ਖਾਸ ਕਰਕੇ ਸੈਨ ਫਰਾਂਸਿਸਕੋ ਦੀ ਕੋਰਟ ਆ, ਇਹਨਾਂ ਨੇ ਆਹ ਮਹੀਨੇ 31 ਜਨਵਰੀ ਤੱਕ ਸਾਰੀਆਂ ਹੀਅਰਿੰਗਸ ਜਿਹੜੀਆਂ ਵੈਬਐਕਸ ਤੇ ਕਰਤੀਆਂ ਨੇ। ਜਿਹੜੀ ਕੋਰਟ ਦੇ ਵਿੱਚ ਐਂਟਰੀ ਆ ਉਹ ਬੰਦ ਕਰਤੀ ਆ, ਲੇਕਿਨ ਹੀਅਰਿੰਗਸ ਹੋ ਰਹੀਆਂ ਨੇ। ਸਾਡੀਆਂ 2 ਹੀਅਰਿੰਗਸ ਹੋਈਆਂ ਨੇ, ਸਾਡੀਆਂ ਕੱਲ 2 ਫਾਈਨਲ ਕੇਸ ਸੀਗੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਦੋਨੇ ਪਾਸ ਹੋਏ ਆ ਅਸਾਈਲਮ ਦੇ, ਲੇਕਿਨ ਉਹ ਵੈਬਐਕਸ ਤੇ ਹੀਅਰਿੰਗ ਹੋਈਆਂ ਨੇ ਤੇ ਉਹ ਕੈਮਰੇ ਅੱਗੇ, ਵੀਡੀਓ ਕੈਮਰੇ ਅੱਗੇ ਹੀਅਰਿੰਗ ਹੁੰਦੀ ਆ ਤੇ ਵੈਬਐਕਸ ਤੇ ਹੁੰਦੀ ਆ। ਤੇ ਉਹ ਜਿਹੜਾ ਸਾਡਾ ਕਲਾਇੰਟ ਹੁੰਦਾ ਉਹਨੂੰ ਵੀ ਸਾਡੇ ਆਫਿਸ 'ਚ ਹੀ ਬਹਿਣਾ ਪੈਂਦਾ ਵਕੀਲ ਦੇ ਨਾਲ, ਤੇ ਉਹਨਾਂ ਨੂੰ ਫਿਰ ਕੈਮਰੇ ਤੇ ਜੱਜ ਦੇਖਦਾ ਤੇ ਉਧਰੋਂ ਜੱਜ ਵੀ ਜਿਹੜਾ ਉਹ ਕੈਮਰੇ ਤੇ ਹੀ ਹੁੰਦਾ। ਤੇ ਇਹ ਇੱਦਾਂ ਇਹ ਵੀਡੀਓ ਤੇ ਜਿਹੜੀ ਹੁੰਦੀ, ਵੀਡੀਓ ਕਾਨਫਰੰਸਿੰਗ ਰਾਹੀਂ, ਵੈਬਐਕਸ ਜਿਹਨੂੰ ਕਹਿੰਦੇ, ਉਹਦੇ ਰਾਹੀਂ ਹੀਅਰਿੰਗ ਹੁੰਦੀ ਆ। ਤੇ ਇਹ ਇਹਨਾਂ ਨੇ 31 ਜਨਵਰੀ ਤੱਕ ਕਰਤੀਆਂ ਕਿ ਉਦੋਂ ਤੱਕ ਇਨ ਪਰਸਨ ਜਿਹੜੀਆਂ ਕੋਰਟਾਂ ਨੇ ਉਹਦੇ ਵਿੱਚ ਅਲਾਉਡ ਨਹੀਂ ਆ ਆਪ ਜਾਣਾ, ਤੇ ਉਹ ਸਾਰੀਆਂ ਹੀਅਰਿੰਗਸ ਹੋਣਗੀਆਂ। ਕਿਉਂਕਿ ਉਹਦਾ ਰੀਜ਼ਨ ਹੈ ਕਿ ਜਿਹੜੀ ਮਹਾਮਾਰੀ ਹੈ ਦਾ ਕਾਫੀ ਪ੍ਰਕੋਪ ਇੱਥੇ ਵਧਿਆ ਹੋਇਆ, ਉਹਦੇ ਕਰਕੇ ਹੁਣ ਦੇਖਦੇ ਹਾਂ ਕਿ 31 ਤੋਂ ਬਾਅਦ ਅੱਗੇ ਵੱਧਦਾ ਕਿ ਨਹੀਂ ਵੱਧਦਾ। ਜਿਹੜੀਆਂ USCIS ਦੀਆਂ ਇੰਟਰਵਿਊਜ਼ ਨੇ ਉਹ ਹੋ ਰਹੀਆਂ ਨੇ। ਕੱਲ ਹੀ ਅਸੀਂ ਇੱਥੇ USCIS ਦੇ ਆਫਿਸ ਜਾ ਕੇ ਆਏ ਹਾਂ, ਉੱਥੇ ਕੰਡੀਸ਼ਨ ਰਿਮੂਵਲ ਦਾ ਕੇਸ ਸੀਗਾ, ਜਿਹੜਾ 10 ਸਾਲ ਦਾ ਗ੍ਰੀਨ ਕਾਰਡ ਲੈਣਾ ਹੁੰਦਾ, 2 ਸਾਲ ਤੋਂ ਬਾਅਦ ਉਹਦੀ ਇੰਟਰਵਿਊ ਹੋਈ ਆ, ਫਿਰ ਕੇਸ ਉਹ ਵੀ ਪਾਸ ਹੋਇਆ। ਇੱਕ ਸਾਡਾ ਸਿਟੀਜ਼ਨਸ਼ਿਪ ਦਾ ਕੇਸ ਸੀਗਾ ਪਰਸੋਂ, ਉਹ ਵੀ USCIS ਸੀਗਾ, ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ, ਜਿਵੇਂ ਬਜ਼ੁਰਗ ਸੀ ਕਾਫੀ, ਤੇ ਉਹਨਾਂ ਦਾ ਜਿਹੜਾ ਡਾਕਟਰ ਆ ਉਹਨੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਕਿ ਇੰਗਲਿਸ਼ ਨਹੀਂ ਸਿੱਖ ਸਕਦੇ, ਉਹਦੇ ਕਰਕੇ ਉਹਨਾਂ ਦਾ ਟੈਸਟ ਵੀ ਮਾਫ ਹੋ ਗਿਆ, ਤਾਂ ਉਹ ਵੀ ਕੇਸ ਪਾਸ ਹੋਇਆ। ਉੱਥੇ ਇਨ ਪਰਸਨ ਜਿਹੜੀਆਂ ਹੀਅਰਿੰਗਸ ਹੋ ਰਹੀਆਂ ਨੇ, ਪਰ ਜਿਹੜੀ ਇਮੀਗ੍ਰੇਸ਼ਨ ਕੋਰਟ ਆ ਉਹਦੇ ਵਿੱਚ ਜਿਹੜੀਆਂ ਹੀਅਰਿੰਗਸ ਨੇ ਉਹ ਵੈਬਐਕਸ ਤੇ ਹੁਣ ਵੀਡੀਓ ਰਾਹੀਂ ਹੋ ਰਹੀਆਂ। ਇਨ ਪਰਸਨ ਜਿਹੜੀਆਂ ਹੀਅਰਿੰਗਸ ਨੇ ਉਹ ਨਹੀਂ ਹੋ ਰਹੀਆਂ। ਇਹ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਖਬਰ ਹੋਰ ਆ ਉਹ ਇਮੀਗ੍ਰੇਸ਼ਨ ਰਿਫਾਰਮ ਬਾਰੇ ਆ। ਉਹਦਾ ਜਿਹੜਾ ਉਹ ਐਕਟ ਸੀਗਾ ਜਿਹਦੇ ਤੇ ਕਿ ਹੁਣ ਸੈਨੇਟ ਦੇ ਵਿੱਚ ਕਾਰਵਾਈ ਪਹਿਲਾਂ ਤਾਂ ਪਿਛਲੇ ਮਹੀਨੇ ਹੋਣੀ ਸੀ, ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜਿਆ, ਤੇ ਹੁਣ ਉਹ ਇਸ ਮਹੀਨੇ ਉਹ ਕਹਿ ਰਹੇ ਵੀ ਜਨਵਰੀ 'ਚ ਹੋਣੀ ਆ, ਪਰ ਅਜੇ ਤੱਕ ਉਹ 'ਤੇ ਸਹਿਮਤੀ ਨਹੀਂ ਬਣੀ। ਤੇ 2 ਜਿਹੜੇ ਸੈਨੇਟਰ ਨੇ ਖਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਕਿ ਇੱਥੇ ਇਤਰਾਜ਼ ਕਰ ਰਹੇ ਨੇ, ਤੇ ਉਹਨਾਂ ਦੀ ਹੁਣ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਦੇਖਦੇ ਹਾਂ ਇਸ ਮਹੀਨੇ ਨੂੰ ਟੇਕ ਅਪ ਸੈਨੇਟ ਕਰੇਗੀ ਕਿ ਨਹੀਂ ਕਰੇਗੀ, ਜਾਂ ਅਗਲੇ ਮਹੀਨੇ। ਤੇ ਅਜੇ ਫਿਲਹਾਲ ਉਹਦੇ ਤੇ ਕੋਈ ਜਿਹੜੀ ਐਕਟੀਵਿਟੀ ਖਾਸ ਹੈਗੀ ਆ ਉਹ ਨਜ਼ਰ ਨਹੀਂ ਆਈ। ਇਸ ਤੋਂ ਇਲਾਵਾ ਜਿਹੜੀ ਇਮੀਗ੍ਰੇਸ਼ਨ ਕੇਸ ਜਿਹੜੇ ਨੇ ਕੋਰਟਾਂ ਦੇ ਵਿੱਚ ਪਾਸ ਹੋਣ ਦੀ ਪਰਸੈਂਟੇਜ ਉਹੀ ਆ, ਤੇ ਜਿਹੜੀ ਪਹਿਲਾਂ ਸੀਗੀ ਪਿਛਲੇ ਮਹੀਨੇ ਕੇਸ ਪਾਸ ਹੋ ਰਹੇ ਨੇ, ਇਸ ਮਹੀਨੇ ਵੀ ਸਾਡੇ ਕੇਸ ਪਾਸ ਹੋਏ ਆ। ਸੋ ਕੇਸ ਪਾਸ ਹੋਣ ਦੀ ਜਿਹੜੀ ਪਰਸੈਂਟੇਜ ਹੈਗੀ ਆ ਉਹ ਕਾਫੀ ਹਾਈ ਆ, ਤੇ ਜਿਹੜੇ ਕੇਸ ਨੇ ਉਹ ਪਾਸ ਹੁੰਦੇ ਨੇ। ਜਿਹੜੇ ਵਰਕ ਪਰਮਿਟ ਹੈਗੇ ਆ ਉਹ 6 ਮਹੀਨੇ ਬਾਅਦ ਇਨੀਸ਼ੀਅਲ ਵਰਕ ਪਰਮਿਟ ਜਿਹੜਾ ਹੁੰਦਾ ਉਹ ASAP ਦੀ ਮੈਂਬਰਸ਼ਿਪ ਲੈ ਕੇ ਬੰਦਾ ਅਪਲਾਈ ਕਰ ਸਕਦਾ। ਪਰ ਜਿਹੜੀ ਡਾਊਨ ਸਾਈਡ ਹੈ ਇਹਦੀ, ਜਿਹੜੀ ਅਨਫੋਰਚੂਨੇਟ ਗੱਲ ਆ ਉਹ ਇਹ ਆ ਵੀ ਜਦੋਂ ਰਿਨਿਊ ਕਰਾਉਂਦੇ ਤੁਸੀਂ ਵਰਕ ਪਰਮਿਟ ਦਾ ਉਹਨੂੰ 12 ਤੋਂ 13 ਮਹੀਨੇ ਲੱਗ ਰਹੇ ਆ। ਉਹਦੇ ਬਾਰੇ ਅਸੀਂ ਮਤਲਬ ਕੋਸ਼ਿਸ਼ ਕਰ ਰਹੇ ਹਾਂ, ਸਾਡੀਆਂ ਮੀਟਿੰਗਾਂ ਕਈ ਜਿਹੜੀਆਂ ਕਾਂਗਰਸਮੈਨ ਸੈਨੇਟਰਾਂ ਨਾਲ ਹੋਈਆਂ ਨੇ ਕਿ ਇਹਨੂੰ ਤੇਜ਼ ਕਰਨਾ ਚਾਹੀਦਾ ਪ੍ਰੋਸੈਸ ਨੂੰ। ਕੋਈ ਜਾਂਦਾ ਜਿਹੜਾ ਪਿਛਲਾ ਪ੍ਰੈਜ਼ੀਡੈਂਟ ਸੀਗਾ ਉਹ ਇਹਨੂੰ ਸਾਲ ਦਾ ਕਰ ਗਿਆ, ਤੇ ਉਹ ਉਸੇ ਤਰ੍ਹਾਂ ਹੀ ਚੱਲੀ ਜਾਂਦਾ। ਇਹਨੂੰ ਚੇਂਜ ਹੋਣਾ ਚਾਹੀਦਾ ਹੁਣ, ਤਾਂ ਕਿ ਜਿਹੜੇ ਇਹ ਵਰਕ ਪਰਮਿਟ ਨਾਲ ਦੇ ਜਿਹਨਾਂ ਰਿਨਿਊ ਕਰਾਉਣਾ, ਉਹ ਜਿਵੇਂ ਅੱਗੇ ਪਹਿਲਾਂ ਕਿਸੇ ਟਾਈਮ ਤੇ 2-3 ਮਹੀਨੇ 'ਚ ਆ ਜਾਂਦੀ ਸੀ ਰਿਨਿਊ ਹੋ ਕੇ, ਉਸੇ ਤਰ੍ਹਾਂ ਹੋਣੇ ਚਾਹੀਦੇ ਆ। ਤੇ ਇਹਦੇ ਨਾਲ ਜਿਹੜੀ ਇੰਪੋਰਟੈਂਟ ਖਬਰ ਇੱਕ ਸਿਟੀਜ਼ਨਸ਼ਿਪ ਦੀਆਂ ਡੇਟਾਂ ਤੇ ਆ, ਉਹ ਵੀ ਥੋੜਾ ਜਿਹਾ ਅੱਗੇ ਨਾਲੋਂ ਫਾਸਟ ਹੋਇਆ। ਅੱਗੇ ਤਕਰੀਬਨ 12-13 ਮਹੀਨੇ ਲੱਗਦੇ ਸੀਗੇ, ਹੁਣ ਤਕਰੀਬਨ 10 ਮਹੀਨੇ ਤੱਕ ਆ ਗਿਆ। ਜਿਹੜੇ ਅਪਲਾਈ ਕਰਦੇ ਉਹਨਾਂ ਦੀ 9-10 ਮਹੀਨੇ 'ਚ ਇੰਟਰਵਿਊ ਕਈਆਂ ਦੀ ਆਈ ਆ, ਤੇ ਉਹਦੇ ਨਾਲ ਥੋੜਾ ਜਿਹਾ ਫਰਕ ਜਿਹੜਾ ਹੈਗਾ 2-3 ਮਹੀਨੇ ਦਾ ਇਹਦੇ 'ਚ ਪਿਆ। ਸੋ ਇਹ ਤਾਂ ਸੀਗੀਆਂ ਇੰਪੋਰਟੈਂਟ ਨਿਊਜ਼ ਜਿਹੜੀਆਂ ਇਸ ਵੀਕ ਦੀਆਂ। ਤੇ ਹੁਣ ਤੁਹਾਡੇ ਸਵਾਲਾਂ ਦੇ ਜਵਾਬ ਆ ਉਹ ਆਪਾਂ ਦੇਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਦੇ ਹਾਂ। ਪਹਿਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ F4 ਕੈਟੇਗਰੀ ਜਿਹੜੀ ਆ
ਇਹ ਬਿਲਕੁਲ ਨਹੀਂ ਅੱਗੇ ਤੁਰ ਰਹੀ, ਤੇ ਇਹਦੇ ਬਾਰੇ ਦੱਸੋ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਕਿਉਂਕਿ ਜਿਹੜਾ ਜਨਵਰੀ ਦਾ ਵੀਜ਼ਾ ਬੁਲੇਟਿਨ, ਇਹਦੇ ਬਾਰੇ ਆਪਾਂ ਗੱਲ ਕੀਤੀ ਸੀ ਪਿਛਲੀ ਵੀਡੀਓ 'ਚ। ਇਹ ਕੈਟਾਗਰੀ ਜਿਹੜੀ ਹੈ ਉੱਥੇ ਹੀ ਖੜੀ ਹੈ ਜਿੱਥੇ ਪਹਿਲਾਂ ਖੜੀ ਸੀਗੀ, ਬਹੁਤ ਸਲੋ ਹੈ, ਮੂਵ ਨਹੀਂ ਹੋ ਰਿਹਾ, ਇੰਟਰਵਿਊਜ਼ ਵੀ ਨਹੀਂ ਹੋ ਰਹੀਆਂ। ਤੇ ਇਹਦਾ ਕਾਰਨ ਜਿਹੜਾ ਹੈਗਾ ਆਪਣਾ ਕੁਝ ਵੀ ਹੋਵੇ ਪਰ ਅਨਜਸਟੀਫਾਈਡ ਹੈ, ਕਿਉਂਕਿ ਲੋਕੀ ਬਹੁਤ ਦੇਰ ਤੋਂ ਵੇਟ ਕਰ ਰਹੇ ਆ। ਤੇ ਅਜੇ ਜਨਵਰੀ 'ਚ 15 ਸਤੰਬਰ 2005 ਹੀ ਚੱਲ ਰਿਹਾ F4 ਦੇ ਵਿੱਚ। ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿਹੜੀ ਇਹ ਇੰਟਰਵਿਊਜ਼ ਹੈਗੀਆਂ, ਖਾਸ ਕਰਕੇ ਪੰਜਾਬ ਦੇ ਬੰਦਿਆਂ ਦੀਆਂ, ਉਹ ਦਿੱਲੀ ਹੋ ਜਾਣ। ਉਹਦੇ ਕਰਕੇ ਅਸੀਂ ਫੋਲੋ ਅਪ ਕਰ ਰਹੇ ਹਾਂ। ਅਗਲੇ ਵੀਕ ਸਾਡੀ ਫੇਰ ਇਹਦੇ ਬਾਰੇ ਫੋਲੋ ਅਪ ਗੱਲਬਾਤ ਹੋਣੀ ਆ ਉਹਨਾਂ ਸੈਂਟਰਾਂ ਤੇ ਕਾਂਗਰਸਮੈਨਾਂ ਦੇ ਨਾਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ। ਉਹਨਾਂ ਵਿੱਚ ਕਾਂਗਰਸਮੈਨ ਮੀਕਸ ਹੈਗੇ ਨੇ, ਜਿਹੜੇ ਕਿ ਹਾਊਸ ਦੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਨੇ, ਜਿਹਦੇ ਅੰਡਰ ਕੇ ਅੰਬੈਸੀਆਂ ਦਾ ਜਿਹੜਾ ਹੈਗਾ ਉਹ ਕੰਮਕਾਜ ਆਉਂਦਾ। ਉਹਦੇ ਨਾਲ ਨਾਲ ਸੈਂਟਰ ਮੈਨੈਂਡਸ ਨੇ, ਜਿਹੜੇ ਕਿ ਸੈਨੇਟ ਦੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਨੇ, ਤੇ ਉਹਨਾਂ ਨਾਲ ਵੀ ਗੱਲਬਾਤ ਹੋਣੀ ਆ। ਤੇ ਸੈਨੇਟਰ ਪੜੀਆ ਨੇ, ਜਿਹੜੀ ਇਮੀਗ੍ਰੇਸ਼ਨ ਦੀ ਸੈਨੇਟ ਦੀ ਕਮੇਟੀ ਆ, ਉਹਦੇ ਚੇਅਰਮੈਨ ਨੇ। ਤੇ ਉਹਨਾਂ ਨਾਲ ਗੱਲਬਾਤ ਅਗਲੇ ਵੀਕ, ਕਿਉਂਕਿ ਉਹਨਾਂ ਨਾਲ ਪਹਿਲਾਂ ਗੱਲ ਮੇਰੀ ਦਸੰਬਰ 'ਚ ਹੋਈ ਆ, ਮੀਕਸ ਦੀ ਦਾ ਗੱਲ ਇਸੇ ਮਹੀਨੇ ਹੋਈ ਜਨਵਰੀ 'ਚ। ਤੇ ਉਹ ਹੁਣ ਉਹਨਾਂ ਨਾਲ ਦੁਬਾਰਾ ਫੋਲੋ ਅਪ ਕਰਕੇ ਆਪਾਂ ਦੇਖਦੇ ਹਾਂ ਕਿ ਕੀ ਉਹਦਾ ਸਿੱਟਾ ਨਿਕਲਦਾ। ਸਾਡੀ ਕੋਸ਼ਿਸ਼ ਤਾਂ ਬੜੀ ਆ ਕਿ ਉੱਥੇ ਮੂਵ ਹੋ ਜਾਵੇ ਤਾਂ ਕਿ ਫਾਸਟ ਹੋਵੇ ਪ੍ਰੋਸੈਸ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ F3 ਕੇਸ ਜਿਹੜਾ ਡਾਕੂਮੈਂਟਰਲੀ ਹੋ ਗਿਆ ਕੰਪਲੀਟ, ਤੇ ਉਦੋਂ ਬਾਅਦ ਸਾਨੂੰ ਅਜੇ ਉਹਦਾ ਕੁਝ ਨਹੀਂ ਆਇਆ। ਜਦੋਂ ਕੇਸ ਕੋਈ ਜਿਹੜਾ ਹੈਗਾ ਉਹ ਡਾਕੂਮੈਂਟਰੀ ਕੰਪਲੀਟ ਹੋ ਜਾਵੇ, ਦਾ ਮਤਲਬ ਇਹ ਆ ਕਿ NVC ਨੇ ਸਾਰੇ ਪੇਪਰ ਲੈ ਲਏ ਆ ਤੇ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਅੱਗੇ ਹੁਣ ਅੰਬੈਸੀ ਦੀ ਮਰਜ਼ੀ ਹੈ, ਜਦੋਂ ਇੰਟਰਵਿਊ ਕਰਨੀ ਉਹਨਾਂ ਨੇ ਕੇਸ ਫਾਈਲ ਅੰਬੈਸੀ ਨੂੰ ਭੇਜਤੀ ਆ। ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੇ ਈਮੇਲ ਕਰਨੀ ਹੈ, ਈਮੇਲ ਕਰਕੇ ਤੁਸੀਂ ਆਪਣਾ ਦੇਖ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰੀ ਉਹ ਸੈਰਮਨੀ ਸਕੈਜੂਲ ਹੋਈ ਸੀ 1/14/2022 ਨੂੰ, ਤੇ ਮੈਂ ਆਪਣੀ ਮੌਮ ਦਾ ਅਪਲਾਈ ਜਿਹੜਾ ਹੈਗਾ ਕਰਨਾ, ਤੇ ਇਹਦੇ ਵਾਸਤੇ ਕੀ ਕੀ ਡਾਕੂਮੈਂਟ ਚਾਹੀਦੇ ਆ। ਦੇਖੋ, ਜੇ ਤੁਸੀਂ ਸਿਟੀਜ਼ਨ ਬਣ ਜਾਂਦੇ ਹੋ, ਫਿਰ ਤੁਸੀਂ ਆਪਣੇ ਫਾਦਰ ਮਦਰ ਵਾਸਤੇ ਜਿਹੜੀ ਪਟੀਸ਼ਨ ਕਰ ਸਕਦੇ ਹੋ। ਗ੍ਰੀਨ ਕਾਰਡ ਹੋਲਡਰ ਨਹੀਂ ਕਰ ਸਕਦਾ, ਸਿਟੀਜ਼ਨ ਕਰ ਸਕਦਾ। ਸੋ ਤੁਹਾਨੂੰ ਜਿਹੜੇ ਡਾਕੂਮੈਂਟ ਚਾਹੀਦੇ ਆ, ਬੇਸਿਕਲੀ ਇੱਕ ਤਾਂ ਤੁਹਾਡਾ ਜਿਹੜਾ ਹੈਗਾ ਸਰਟੀਫਿਕੇਟ ਆਫ ਨੈਚੁਰਲਾਈਜੇਸ਼ਨ, ਸਿਟੀਜ਼ਨਸ਼ਿਪ ਦਾ ਸਰਟੀਫਿਕੇਟ, ਉਹਦੀ ਕਾਪੀ ਚਾਹੀਦੀ ਆ। ਉਹਦੇ ਨਾਲ ਨਾਲ ਤੁਹਾਡੇ ਪੇਰੈਂਟਸ ਦੇ ਜਿਹੜੇ ਡਾਕੂਮੈਂਟ ਨੇ, ਇਹ ਆ ਕਿ ਤੁਹਾਡਾ ਬਰਥ ਸਰਟੀਫਿਕੇਟ ਚਾਹੀਦਾ, ਉਹਨਾਂ ਦੇ ਬਰਥ ਸਰਟੀਫਿਕੇਟ ਚਾਹੀਦੇ ਨੇ, ਉਹਨਾਂ ਦਾ ਮੈਰਿਜ ਸਰਟੀਫਿਕੇਟ ਚਾਹੀਦਾ। ਜੇ ਉਹਨਾਂ ਦੇ ਬਰਥ ਸਰਟੀਫਿਕੇਟ ਨਹੀਂ ਅਵੇਲੇਬਲ, ਕਿਉਂਕਿ ਓਲਡ ਏਜ ਕਰਕੇ ਉਹਨਾਂ ਕੋਲ ਨਹੀਂ ਹੈਗੇ, ਤਾਂ ਜਿਹੜਾ ਨਾਟ ਫਾਊਂਡ ਦਾ ਜਿਹੜਾ ਸਰਟੀਫਿਕੇਟ ਆ ਉਹ ਕਢਾਉਣਾ। ਤੇ ਉਹਦੇ ਨਾਲ ਨਾਲ ਐਫੀਡੇਵਿਟ ਚਾਹੀਦੇ ਨੇ 2-3 ਬੰਦਿਆਂ ਦੇ, ਜਿਹੜੇ ਕਿ ਉਹਨਾਂ ਤੋਂ ਵੱਡੀ ਉਮਰ ਦੇ ਹੋਣ, ਤੇ ਉਹ ਦੱਸਣ ਕਿ ਇਹਨਾਂ ਦਾ ਜਨਮ ਆਹ ਤਰੀਕ ਨੂੰ ਹੋਇਆ। ਤਾਂ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਵੀ ਉੱਥੇ ਪ੍ਰੈਜ਼ੈਂਟ ਸੀ, ਜਾਂ ਉਹ ਰਿਸ਼ਤੇਦਾਰ ਨੇ, ਜਾਂ ਕੁਝ ਵੀ ਨੇ, ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਨ। ਇਹ ਚੀਜ਼ਾਂ ਚਾਹੀਦੀਆਂ ਨੇ। ਤੇ ਅੱਜ ਕੱਲ੍ਹ ਕਈ ਵਾਰ DNA ਵੀ ਕਰਾ ਸਕਦੇ ਆ ਉਹ, ਪਰ ਇਹ ਚੀਜ਼ਾਂ ਨਾਲ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਅਗਲਾ ਸਵਾਲ ਆ ਜੀ, ਉਹ ਕਹਿੰਦੇ ਨੇ ਕਿ ਮੇਰੀ ਸਿਟੀਜ਼ਨਸ਼ਿਪ ਦੀ ਫਿੰਗਰਪ੍ਰਿੰਟ ਦੀ ਅਪਾਇੰਟਮੈਂਟ ਸੀਗੀ ਅਕਤੂਬਰ 2021 'ਚ, ਤੇ ਉਹ ਮਿਸ ਹੋ ਗਈ, ਮੈਂ ਕੀ ਕਰ ਸਕਦਾ। ਉਹਨਾਂ ਨਾਲ ਤੁਹਾਨੂੰ ਕੰਟੈਕਟ ਹੀ ਕਰਨਾ ਪੈਣਾ ਜੀ। ਉਹਨਾਂ ਨੂੰ ਤੁਸੀਂ ਕਾਲ ਕਰੋ ਜਾਂ ਉਹਨਾਂ ਨੂੰ ਈਮੇਲ ਕਰੋ, ਰੀਜ਼ਨ ਦੱਸੋ ਵੀ ਕਿਉਂ ਮਿਸ ਹੋਈ ਆ, ਤੁਹਾਨੂੰ ਦੁਬਾਰਾ ਡੇਟ ਭੇਜਣਗੇ। ਉਹਨਾਂ ਨਾਲ ਕੰਟੈਕਟ ਤੁਹਾਨੂੰ ਕਰਨਾ। ਜਿਹੜਾ ਉਹ ਫਿੰਗਰਪ੍ਰਿੰਟ ਦਾ ਤੁਹਾਨੂੰ ਲੈਟਰ ਆਇਆ ਸੀ, ਉਹ ਥੱਲੇ ਫੋਨ ਨੰਬਰ ਲਿਖਿਆ ਹੋਇਆ ਉਹਨਾਂ ਦਾ, ਤੇ ਉਹ ਫੋਨ ਕਰਕੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਜੇ ਕਿਸੇ ਦਾ ਕ੍ਰਿਮੀਨਲ ਰੈਕੋਰਡ ਹੋਵੇ ਇੰਡੀਆ ਦੇ ਵਿੱਚ, ਕੀ ਉਹ ਪੋਲੀਟੀਕਲ ਅਸਾਈਲਮ ਦਾ ਕੇਸ ਇੱਥੇ ਅਪਲਾਈ ਕਰ ਸਕਦਾ? ਹਾਂਜੀ, ਅਸਾਈਲਮ ਦਾ ਕੇਸ ਤਾਂ ਕਰ ਸਕਦਾ, ਪਰ ਇਹ ਡਿਪੈਂਡ ਕਰੂਗਾ ਕ੍ਰਿਮੀਨਲ ਰੈਕੋਰਡ ਹੈ ਕੀ ਆ। ਸੋ ਜੇ ਬਹੁਤ ਸੀਰੀਅਸ ਕ੍ਰਿਮੀਨਲ ਰੈਕੋਰਡ ਆ, ਫਿਰ ਉਹਦਾ ਐਡਵਰਸ ਇਫੈਕਟ ਪੈ ਸਕਦਾ। ਪਰ ਜੇ ਐਡਾ ਸੀਰੀਅਸ ਨਹੀਂ, ਜਾਂ ਕਈ ਵਾਰੀ ਇਹ ਹੁੰਦਾ ਵੀ ਕੋਈ ਇਹ ਕਹਿ ਸਕਦਾ ਕਿ ਹੁਣ ਕਈਆਂ ਦੇ ਝੂਠੇ ਕੇਸ ਬਣੇ ਹੁੰਦੇ ਨੇ, ਜਾਂ ਕੋਈ ਸਿਆਸੀ ਕਿਸਮ ਦੇ ਕੇਸ, ਜਾਂ ਵੈਸੇ ਹੀ ਜਿਹੜੇ ਵਿੰਡਿਕਟਿਵਨੈਸ ਦੇ, ਜਾਂ ਕੋਈ ਲੜਾਈ ਝਗੜਾ ਹੋ ਗਿਆ ਨਾਲ ਲਿਖਾਤਾ, ਉਹੋ ਜਿਹੇ ਕੇਸਾਂ ਦੇ ਵਿੱਚੋਂ ਕਹਿ ਸਕਦਾ ਵੀ ਮੇਰੇ ਤੇ ਜਿਹੜੇ ਹੈਗੇ ਝੂਠੇ ਕੇਸ ਹੋਇਆ, ਪਰਸੀਕਿਊਸ਼ਨ ਆ, ਉਹਦੇ ਕਰਕੇ ਉਹਦਾ ਕੋਈ ਅਸਰ ਨਹੀਂ ਪੈਣਾ। ਪਰ ਜੇ ਕੋਈ ਸੀਰੀਅਸ ਕੇਸ ਦੇ ਵਿੱਚ ਸਜ਼ਾ ਹੋਈ, ਜਿਵੇਂ ਕਿਸੇ ਨੂੰ ਕੋਈ ਮਰਡਰ ਕੇਸ ਸਜ਼ਾ ਹੋਊਗੀ ਜਾਂ ਇਸ ਕਿਸਮ ਦਾ, ਫਿਰ ਉਹਦਾ ਅਸਰ ਪੈ ਸਕਦਾ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਨੂੰ ਬਹੁਤ ਇਨਫੋਰਮੇਸ਼ਨ ਦੇ ਰਹੇ ਹੋ, ਇੱਦਾਂ ਦੀ ਇਨਫੋਰਮੇਸ਼ਨ ਹੋਰ ਕੋਈ ਨਹੀਂ ਦਿੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬੜਾ ਧੰਨਵਾਦ ਹੈ ਜੀ, ਜਿਹੜੇ ਤੁਸੀਂ ਇਹਨੂੰ ਦੇਖਦੇ ਹੋ, ਲਾਈਕ ਕਰਦੇ ਹੋ, ਸਬਸਕ੍ਰਾਈਬ ਕਰਦੇ ਹੋ, ਤੇ ਇੰਨੇ ਵਿਊਜ਼ ਆਉਂਦੇ ਨੇ, ਤੁਸੀਂ ਆਪਣੇ ਵਿਊਜ਼ ਲਿਖ ਕੇ ਭੇਜਦੇ ਆ, ਉਹਦੇ ਨਾਲ ਸਾਡਾ ਹੌਸਲਾ ਵੱਧਦਾ। ਸੋ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜੋ ਵੀ ਇੰਪੋਰਟੈਂਟ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਈਆਂ ਜਾ ਸਕਣ, ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ। ਤੇ ਅਸੀਂ ਜਿਹੜੀ ਐਫਰਟ ਕਰ ਰਹੇ ਹਾਂ ਇਮੀਗ੍ਰੇਸ਼ਨ, ਜਿਵੇਂ ਆਹ ਵਰਕ ਪਰਮਿਟ ਦਾ ਟਾਈਮ ਘੱਟ ਕਰਾਉਣ ਦੀ, ਜਾਂ ਅੰਬੈਸੀ ਨੂੰ ਚੇਂਜ ਕਰਾਉਣ ਦੀ ਬੰਬੇ ਤੋਂ ਦਿੱਲੀ, ਜਾਂ ਇਹਨੂੰ ਫਾਸਟ ਕਰਾਉਣ ਦੀ, ਉਹਦੇ ਬਾਰੇ ਤੁਹਾਨੂੰ ਅਪਡੇਟ ਦਈਏ ਕਿ ਜਿਹੜੀ ਅਸੀਂ ਇਹਦੇ ਬਾਰੇ ਜਿਹੜੇ ਯਤਨ ਕਰ ਰਹੇ ਹਾਂ ਉਹ ਕਿੱਥੇ ਪਹੁੰਚੇ ਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੇਰਾ ਕੇਸ BIA 'ਚ ਹੈ, ਤੇ ਅਪੀਲ ਚੱਲ ਰਹੀ ਹੈਗੀ ਫਰਵਰੀ 2020 ਦੀ, ਤੇ ਮੈਂ ਡਿਸੀਜਨ ਦੀ ਵੇਟ ਕਰ ਰਿਹਾ, ਕਿੰਨਾ ਟਾਈਮ ਲੱਗੂਗਾ। BIA ਦੇ ਵਿੱਚ 1.5 ਤੋਂ 2 ਸਾਲ ਜੀ ਲੱਗ ਸਕਦੇ ਆ।
ਸੋ ਤੁਹਾਡੀ ਜੇ 20 ਦੇ ਵਿੱਚ ਹੈਗੀ ਆ ਤਾਂ ਆਹ ਸਾਲ ਤੁਹਾਨੂੰ 22 ਦੇ ਵਿੱਚ ਤੁਹਾਡਾ ਜਿਹੜਾ ਡਿਸੀਜਨ ਆ ਉਹ ਆਉਣਾ ਚਾਹੀਦਾ। ਕਿਹੜੇ ਮਹੀਨੇ ਆਉਂਦਾ ਕਹਿ ਨਹੀਂ ਸਕਦੇ, ਹੋ ਸਕਦਾ ਅਗਲੇ 2-3 ਮਹੀਨੇ 'ਚ ਆ ਜਾਏ, ਹੋ ਸਕਦਾ ਅਗਲੇ 6 ਮਹੀਨੇ 'ਚ ਆਵੇ। ਅਗਲਾ ਜੀ ਕਿ ਸਾਡੀ ਪ੍ਰਾਇਓਰਟੀ ਡੇਟ ਹੈਗੀ ਮਈ 2005 ਦੀ, ਤੇ ਡਾਕੂਮੈਂਟਰੀ ਕੁਆਲੀਫਾਈਡ ਕੇਸ ਹੋ ਗਿਆ ਸੀ 19 'ਚ, ਤੇ ਅਸੀਂ ਇੰਟਰਵਿਊ ਕਦੋਂ ਐਕਸਪੈਕਟ ਕਰ ਸਕਦੇ ਹਾਂ? ਕਹਿਣ ਨੂੰ ਤਾਂ ਉੱਥੇ ਸਪਟੈਂਬਰ 2005 ਚੱਲ ਰਿਹਾ F4 ਕੈਟਾਗਰੀ 'ਚ, ਪਰ ਤੁਹਾਡੀ ਤਾਂ ਮਈ ਦੀ ਅਜੇ ਤੱਕ ਡੇਟ ਨਹੀਂ ਆਈ। ਇਹ ਤਾਂ ਹੁਣ ਜਦੋਂ ਇੰਟਰਵਿਊ ਸ਼ੁਰੂ ਹੋਣਗੀਆਂ ਡੇਟ ਕਦੇ ਵੀ ਆ ਸਕਦੀ ਆ। ਸੋ ਤੁਸੀਂ ਲਾਈਨ 'ਚ ਹੈਗੇ ਆ, ਵੇਟ ਕਰੋ। ਪਰ ਇਹਦੇ ਬਾਰੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਡੇਟ ਕਦੋਂ ਆਊਗੀ। 2 ਮਹੀਨੇ ਲੱਗਣਗੇ, 3 ਲੱਗਣਗੇ, 6 ਲੱਗਣਗੇ, ਪਰ ਤੁਸੀਂ ਲਾਈਨ 'ਚ ਹੈਗੇ ਹੋ ਤੇ ਤੁਹਾਡੇ ਤੱਕ ਉਹ ਪਹੁੰਚ ਗਏ ਆਲਰੇਡੀ, ਕਿਉਂਕਿ ਉਹ ਸਪਟੈਂਬਰ ਤੱਕ ਨੂੰ ਸਕੈਜੂਲ ਕਰ ਰਹੇ। ਤੁਸੀਂ ਮਈ 'ਚ ਤੁਹਾਨੂੰ ਡੇਟ ਕਿਸੇ ਵੇਲੇ ਵੀ ਆ ਸਕਦੀ ਹੈ, ਪਰ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਈਮੇਲ ਕਰੋ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੇਰੀ ਇੰਟਰਵਿਊ ਸੈਲਮ ਕੇ ਜੀ ਸਤੰਬਰ 2021 'ਚ ਹੋਈ ਸੀ, ਮੈਨੂੰ ਕੋਈ ਰਿਜ਼ਲਟ ਨਹੀਂ ਆਇਆ। ਬਿਲਕੁਲ ਕਈ ਵਾਰੀ ਕਾਫੀ ਟਾਈਮ ਲੱਗਦਾ ਜੀ ਰਿਜ਼ਲਟ ਆਉਣ ਨੂੰ, ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ। ਲੇਕਿਨ ਤੁਸੀਂ ਜੇ ਇਨਕੁਆਇਰੀ ਕਰਨੀ ਹੈ ਤਾਂ ਉੱਥੇ ਜਾ ਕੇ ਅਪਾਇੰਟਮੈਂਟ ਬਣਾ ਕੇ ਜਾ ਕੇ ਤੁਸੀਂ ਇਨਕੁਆਇਰੀ ਵੀ ਕਰ ਸਕਦੇ ਹੋ। ਪਰ ਆਮ ਤੌਰ 'ਤੇ ਅੱਜ ਕੱਲ੍ਹ ਰਿਜ਼ਲਟ ਜਿਹੜਾ ਮਤਲਬ 15 ਦਿਨ ਤੋਂ ਲੈ ਕੇ 3 ਮਹੀਨੇ ਦੇ ਵਿੱਚ ਆ ਜਾਂਦਾ, ਪਰ ਤੁਹਾਨੂੰ ਜ਼ਿਆਦਾ ਟਾਈਮ ਲੱਗ ਰਿਹਾ, ਸੋ ਅਜੇ ਵੇਟ ਕਰੋ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਮੈਂ ਮੈਕਸੀਕੋ ਤੋਂ ਇੱਥੇ ਅਮਰੀਕਾ ਦੇ ਵਿੱਚ ਜੇ ਐਂਟਰ ਹੁੰਨਾ, ਮੇਰੀ ਉਮਰ 21 ਸਾਲ ਤੋਂ ਘੱਟ ਆ, ਤੇ ਮੈਂ ਜਿਹੜਾ ਹੈਗਾ ਉਹ ਸਿੱਜ ਦਾ ਕੇਸ ਤੇ ਗਾਰਡੀਅਨਸ਼ਿਪ ਦਾ ਲਾ ਸਕਦਾ। ਦੇਖੋ ਇਸ ਤਰ੍ਹਾਂ ਜੀ, ਇਹਦਾ ਪ੍ਰੋਸੀਜਰ ਇਹ ਆ ਕਿ ਜੇ ਕੋਈ ਛੋਟੀ ਉਮਰ ਦਾ ਬੰਦਾ ਜਿਵੇਂ 18 ਸਾਲ ਦਾ, 17 ਦਾ, 19 ਦਾ ਇੱਥੋਂ ਆਉਂਦਾ, ਤੇ ਉਹਨੂੰ ਜੇ ਕੋਈ ਉਹਦਾ ਗਾਰਡੀਅਨ ਬਣ ਜਾਂਦਾ ਅਮਰੀਕਨ ਸਿਟੀਜ਼ਨ, ਤਾਂ ਉਹ ਗਾਰਡੀਅਨਸ਼ਿਪ ਤੇ ਸਿੱਜ ਸਪੈਸ਼ਲ ਇਮੀਗ੍ਰੈਂਟ ਜੋਵਨਾਈਲ ਸਟੇਟਸ ਇਹਦਾ ਕੇਸ ਜਿਹੜਾ ਹੈਗਾ ਉਹ ਲਾ ਸਕਦਾ। ਇਹ ਕੇਸ ਜਿਹੜੀ ਲੋਕਲ ਕੋਰਟ ਹੁੰਦੀ ਹੈ, ਜਿੱਥੇ ਕਿ ਆ ਫੈਮਿਲੀ ਰਿਲੇਟਡ ਮੈਟਰਸ ਜਾਂਦੇ ਆ, ਡਿਵੋਰਸ ਦੇ ਜਾਂ ਅਡੋਪਸ਼ਨ ਦੇ, ਉਹਨਾਂ ਕੋਰਟਾਂ ਦੇ ਵਿੱਚ, ਜਿਵੇਂ ਕੈਲੀਫੋਰਨੀਆ ਸੁਪੀਰੀਅਰ ਕੋਰਟ ਹੁੰਦੀ ਆ, ਤੇ ਉਹਨਾਂ ਕੋਰਟਾਂ ਦੇ ਵਿੱਚ ਇਹ ਕੇਸ ਜਿਹੜੇ ਜਾਂਦੇ ਆ, ਜੇ ਉਹ ਅਪਰੂਵ ਹੋ ਜਾਵੇ ਤਾਂ ਉਸ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਕੋਲ I-360 ਪਟੀਸ਼ਨ ਕੀਤੀ ਜਾਂਦੀ ਹੈ, ਤੇ ਗ੍ਰੀਨ ਕਾਰਡ I-485 ਕੀਤਾ ਜਾਂਦਾ, ਤੇ ਉਹ ਹੋ ਗਿਆ ਤਾਂ ਫਿਰ ਤੁਹਾਨੂੰ ਇੱਥੇ ਗ੍ਰੀਨ ਕਾਰਡ ਮਿਲ ਜਾਂਦਾ। ਪਰ ਜੇ ਤੁਹਾਡਾ ਕੇਸ ਇਮੀਗ੍ਰੇਸ਼ਨ ਕੋਰਟ ਚੱਲਦਾ, ਤੁਹਾਨੂੰ ਫਿਰ ਉਹ ਕੇਸ ਉਹ ਸਟੇਜ ਤੇ ਜਦੋਂ ਤੁਹਾਡੀ I-360 ਅਪਰੂਵ ਹੋ ਗਈ, ਉਹ ਟਰਮੀਨੇਟ ਕਰਾਉਣਾ ਪਏਗਾ, ਬੰਦ ਕਰਾਉਣਾ ਪਏਗਾ ਗ੍ਰੀਨ ਕਾਰਡ ਲੈਣ ਲਈ। ਪਰ ਇਸ ਤਰ੍ਹਾਂ ਤੁਸੀਂ ਮਤਲਬ ਕਰ ਸਕਦੇ ਹੋ, ਤੇ ਇਹਦੇ ਵਾਸਤੇ ਤੁਹਾਡੀ ਉਮਰ ਜਿਹੜੀ ਆ ਉਹ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਸਾਰਾ ਕੁਝ ਹੋਣ ਲਈ। ਸੋ ਇਹ ਹੋ ਸਕਦਾ, ਪਰ ਉਹਦੇ ਵਾਸਤੇ ਲੋੜ ਆ ਕਿ ਤੁਹਾਨੂੰ ਗਰੰਟਰ ਸਪਾਂਸਰ ਕੋਈ ਬੰਦਾ ਇਹੋ ਜਿਹਾ ਮਿਲੇ ਜਿਹੜਾ ਕਿ ਤੁਹਾਨੂੰ ਇਹਦੇ ਵਾਸਤੇ ਤੁਹਾਡਾ ਗਾਰਡੀਅਨ ਬਣਨ ਲਈ ਤਿਆਰ ਹੋਵੇ। ਅਗਲਾ ਸਵਾਲ ਹੈ ਜੀ ਕਿ F2B 'ਚ ਮੇਰੀ ਮੌਮ ਡੈਡ ਨੇ ਅਪਲਾਈ ਕੀਤਾ ਸੀ 2013 'ਚ। F2B ਕੈਟਾਗਰੀ ਹੈਗੀ ਹੈ ਜੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ, ਉਹਨਾਂ ਦੇ ਜਿਹੜੇ 21 ਸਾਲ ਤੋਂ ਉੱਪਰ ਬੱਚੇ ਹੈਗੇ ਆ ਅਨਮੈਰਿਡ, ਉਹਨਾਂ ਦੀ। ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੈਲਕਮ ਲੈਟਰ ਆ ਗਿਆ ਸੀਗਾ ਸਾਡਾ, ਤੇ 2 ਮੰਥ ਦਾ ਲੈਟਰ ਆ ਰਿਹਾ। ਉਹੀ ਪ੍ਰੋਬਲਮ ਹੈ ਜੀ, ਕਿਉਂਕਿ ਉੱਥੇ ਅੱਜ ਕੱਲ੍ਹ ਜਿਹੜਾ F2B ਕੈਟਾਗਰੀ ਚੱਲ ਰਿਹਾ ਉਹ 22 ਸਤੰਬਰ 2015 ਚੱਲ ਰਿਹਾ, ਤੇ ਤੁਹਾਡਾ 2013 ਦਾ ਕੇਸ ਦੇਖ ਲਓ ਅਪਰੂਵਡ ਆ, ਤੇ ਸਾਰਾ ਕੁਝ ਉੱਥੇ ਚਲਿਆ ਗਿਆ, ਤੇ ਅਜੇ ਤੱਕ ਵੀ ਇੰਟਰਵਿਊ ਸਕੈਜੂਲ ਨਹੀਂ ਹੋ ਰਹੀ। ਇੰਟਰਵਿਊਆਂ ਦਾ ਬਹੁਤ ਬੁਰਾ ਹਾਲ ਆ, ਸੋ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਤੁਸੀਂ ਉਹਨਾਂ ਨੂੰ ਈਮੇਲ ਕਰਕੇ ਇਨਕੁਆਇਰੀ ਕਰ ਸਕਦੇ ਹੋ, ਪਰ ਵੇਟ ਕਰਨੀ ਪਏਗੀ। ਜਦੋਂ ਵੀ ਇੰਟਰਵਿਊ ਤੁਹਾਡੀ ਆਏਗੀ ਉਦੋਂ ਆਏਗੀ, ਇਹਦੇ ਬਾਰੇ ਕਹਿ ਨਹੀਂ ਸਕਦੇ ਕਿ ਮਹੀਨਾ ਲੱਗੂ, 2 ਲੱਗੂ, 3, ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਇੰਪਲੋਇਮੈਂਟ ਆਥੋਰਾਈਜ਼ੇਸ਼ਨ ਕਾਰਡ ਐਕਸਪਾਇਰ ਹੋ ਰਿਹਾ ਜੂਨ 22 'ਚ, ਤੇ ਮੈਂ ਰਿਨੂਅਲ ਵਾਸਤੇ ਅਪਲਾਈ ਕੀਤਾ, ਤੇ ਇਹਨੂੰ ਕਿੰਨਾ ਟਾਈਮ ਲੱਗੂ? 12 ਤੋਂ 13 ਮਹੀਨੇ ਜੀ ਇਹਨੂੰ ਲੱਗ ਰਹੇ ਆ। ਇਹ ਬਹੁਤ ਅਨਫੋਰਚੂਨੇਟ ਸਿਚੁਏਸ਼ਨ ਆ ਵੀ ਇੰਨਾ ਟਾਈਮ ਲੱਗਣਾ ਨਹੀਂ ਚਾਹੀਦਾ। ਜਿਹੜਾ ਬੰਦਾ ਪਹਿਲੀ ਵਾਰੀ ਕਰਦਾ ASAP ਦੀ ਮੈਂਬਰਸ਼ਿਪ ਲੈ ਕੇ, ਉਹਦਾ ਤਾਂ 2 ਮਹੀਨੇ 'ਚ ਆ ਜਾਂਦਾ, 1.5 ਮਹੀਨੇ 'ਚ ਆ ਜਾਂਦਾ, ਤੇ ਜਿਹੜਾ ਰਿਨਿਊ ਕਰਾਉਂਦਾ ਉਸੇ ਨੂੰ, ਉਹਨੂੰ 12 ਮਹੀਨੇ ਲੱਗਦੇ ਨੇ, 12-13। ਸੋ ਇਸ ਕਰਕੇ ਇਹ ਕੋਈ ਤਰਕ ਹੀ ਨਹੀਂ ਵੀ ਇੰਨਾ ਟਾਈਮ ਕਿਉਂ ਲੱਗਦਾ। ਜੇ ਬੰਦਾ ਕੁਆਲੀਫਾਈ ਕਰਦਾ, ਉਹਦਾ ਕੇਸ ਚੱਲਦਾ, ਤਾਂ ਉਹਨੂੰ ਕਿਉਂ ਨਹੀਂ ਰਿਨਿਊ ਕਰਦੇ? ਸੋ ਦੇ ਸ਼ੁਡ ਰਿਨਿਊ ਇਟ। ਸੋ ਅਸੀਂ ਇਹਦੇ ਬਾਰੇ ਮਸਲਾ ਉਠਾ ਰਹੇ ਹਾਂ। ASAP ਨੇ ਵੀ ਉਠਾਇਆ ਹੋਇਆ, ਉਹਨਾਂ ਨੇ ਕੇਸ ਕੀਤਾ ਹੋਇਆ ਗਵਰਨਮੈਂਟ ਤੇ। ਦੇਖਦੇ ਹਾਂ ਤਾਂ ਆਉਂਦੇ ਦਿਨਾਂ ਦੇ ਵਿੱਚ ਕੀ ਆਊਟਕਮ ਨਿਕਲਦਾ। ਅਗਲਾ ਸਵਾਲ ਹੈ ਜੀ ਕਿ ਮੈਂ ਅਮਰੀਕਾ ਦੀ ਉਹ ਕਹਿੰਦੇ ਸਿਟੀਜ਼ਨ, ਤੇ ਮੈਂ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਸੀਗਾ 2020 ਦੇ ਵਿੱਚ April 'ਚ, ਤੇ ਜੇ ਇੰਟਰਵਿਊ ਨਹੀਂ ਆਈ, ਇਹਨੂੰ ਕਿੰਨਾ ਟਾਈਮ ਲੱਗੂ? ਇਹਨੂੰ ਟਾਈਮ ਲੱਗੂਗਾ ਜੀ ਅੱਜ ਕੱਲ੍ਹ ਤਕਰੀਬਨ 2-2.5 ਸਾਲ ਲੱਗ ਰਹੇ ਆ। ਸੋ ਤੁਹਾਡਾ 2020 ਅਪ੍ਰੈਲ ਦਾ, ਤੇ ਤੁਹਾਨੂੰ ਆਹ ਸਾਲ ਦੇ ਵਿੱਚ ਆਊਗੀ, ਪਰ ਅਜੇ ਕਹਿ ਨਹੀਂ ਸਕਦੇ ਕਿ ਹੋਰ 2 ਮਹੀਨੇ ਲੱਗਣਗੇ ਕਿ 6 ਲੱਗਣਗੇ, ਟਾਈਮ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ I-751 ਵੇਵਰ ਇੰਟਰਵਿਊ ਕਿਉਂ ਇੰਨਾ ਟਾਈਮ ਲੱਗ ਰਿਹਾ? ਲੱਗ ਰਿਹਾ ਜੀ, ਮੈਂ ਹੁਣੇ ਦੱਸ ਕੇ ਹਟਿਆ ਵੀ ਅਸੀਂ ਕਰਾਈ ਹੈ ਇੱਕ, ਸਾਡੀ ਕੱਲ੍ਹ ਸੀਗੀ I-751 ਦੀ ਇੰਟਰਵਿਊ, ਤੇ ਉਹ ਕੇਸ ਜਿਹੜਾ ਪਾਸ ਹੋਇਆ, ਤੇ ਉਹਦੇ ਵਿੱਚ ਤਕਰੀਬਨ 2 ਸਾਲ ਲੱਗ ਗਏ ਜੀ। ਉਹਦਾ ਅਸੀਂ 2019 ਦਾ ਅਪਲਾਈ ਕੀਤਾ ਸੀਗਾ, ਤੇ ਤੁਸੀਂ ਦੇਖੋ ਵੀ 2.5 ਸਾਲਾਂ ਬਾਅਦ ਜਾ ਕੇ ਡੇਟ ਆਈ ਆ। ਸੋ ਕਾਫੀ ਟਾਈਮ ਇਹਨੂੰ ਵੀ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਜਿਹੜਾ ਵਿਜ਼ਟਰ ਵੀਜ਼ਾ ਹੈਗਾ
ਉਹਦੇ ਤੇ ਜੇ ਕਿਸੇ ਨੇ ਅਪਲਾਈ ਕਰਨਾ ਹੋਵੇ ਤਾਂ ਉਹ ਹੁਣ ਕਰ ਸਕਦਾ। ਹਾਂਜੀ ਕਰ ਸਕਦਾ, ਵਿਜ਼ਟਰ ਵੀਜ਼ੇ ਖੁੱਲ੍ਹੇ ਆ, ਪਰ ਪ੍ਰੋਬਲਮ ਉਹ 'ਚ ਇੰਟਰਵਿਊ ਲੈਣ ਦੀ ਆ। ਉਹਦੇ ਵਿੱਚ ਵੀ ਕਿਉਂਕਿ ਇੰਟਰਵਿਊ ਤੇ ਜਾਣਾ ਪੈਂਦਾ, ਤੇ ਅਜੇ ਇੰਟਰਵਿਊ ਡੇਟਸ ਕਈ ਥਾਵਾਂ ਤੇ ਉਹ ਅਵੇਲੇਬਲ ਨਹੀਂ ਹੈਗੀਆਂ, ਪਰ ਅਪਲਾਈ ਜ਼ਰੂਰ ਹੋ ਰਿਹਾ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਸਾਡਾ ਕੇਸ ਮਈ 2005 ਚ ਅਪਲਾਈ ਹੋਇਆ ਸੀਗਾ, ਤੇ ਪੇਪਰ ਵਰਕ ਅਗਸਤ 19 ਚਲਿਆ ਗਿਆ, ਤੱਕ ਇੰਟਰਵਿਊ ਦੀ ਵੇਟ ਕਰ ਰਹੇ ਆ, ਤੇ ਬੱਚੇ ਦੀ ਉਮਰ 23 ਸਾਲ ਦੀ ਹੋ ਗਈ ਆ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਬੱਚਾ 23 ਸਾਲ ਦਾ ਹੋ ਗਿਆ, 21 ਤੋਂ ਉੱਪਰ, ਇਹਨੂੰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰ ਸਕਦਾ। ਤੇ ਉਹਦੇ 'ਚ ਇਹ ਦੇਖਣਾ ਪੈਂਦਾ ਵੀ ਜੇ ਤੁਹਾਡਾ ਕੇਸ ਜਿਵੇਂ ਹੁਣ ਮਈ 2005 ਦਾ ਤੇ ਅਪਲਾਈ ਹੋਇਆ, ਤੇ ਇਹਦੀ ਅਪਰੂਵਲ ਕਦੋਂ ਆਈ ਆ, ਤੇ ਬੱਚੇ ਦੀ ਉਮਰ ਜਿਹੜੀ ਆ ਉਹ ਕਿੰਨੀ ਸੀਗੀ ਜਦੋਂ ਤੁਹਾਨੂੰ ਕੋਲੋਂ ਉਹਨਾਂ ਨੇ ਡਾਕੂਮੈਂਟਸ ਮੰਗੇ ਸੀਗੇ, ਤੁਹਾਡੀ ਜਿਹੜੀ ਵਾਰੀ ਕਰੰਟ ਹੋਈ ਸੀ, ਤੇ ਉਸ ਟਾਈਮ ਨੂੰ ਜਿਹੜਾ ਸਮਾਂ ਆ ਉਹ ਬੱਚੇ ਦੀ ਉਮਰ 'ਚੋਂ ਕੱਢਣਾ ਪੈਂਦਾ ਅਪਲਾਈ ਦਾ ਤੇ ਅਪਰੂਵਲ ਦਾ। ਤੇ ਜੇ ਉਹ 21 ਤੋਂ ਘੱਟ ਰਹਿ ਜਾਵੇ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ, ਸੋ ਹੋ ਸਕਦਾ ਕਵਰ ਤੁਹਾਡਾ ਹੋ ਜਾਵੇ, ਟਰਾਈ ਕਰਨੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ ਯੂ ਵੀਜ਼ੇ ਨੂੰ ਅੱਜ ਕੱਲ੍ਹ ਕਿੰਨਾ ਟਾਈਮ ਲੱਗ ਰਿਹਾ, ਤੇ ਇਹਨੂੰ ਕਾਫੀ ਲੰਬਾ, ਹਾਂਜੀ ਕਾਫੀ ਲੰਬਾ ਪ੍ਰੋਸੀਜਰ ਹੈ ਜੀ, ਕਿਉਂਕਿ ਇਹਦੇ ਵੀਜ਼ਾ ਨੰਬਰ ਅਵੇਲੇਬਲ ਹੁੰਦੇ ਨੇ ਹਰ ਸਾਲ, ਵੀ ਸਰਟਨ ਨੰਬਰ ਆਫ ਅਮਾਊਂਟ ਆਫ ਵੀਜ਼ਾਜ਼ ਇਸ਼ੂ ਹੁੰਦੇ ਆ, ਉਹਦੇ ਕਰਕੇ ਟਾਈਮ ਲੱਗਦਾ। ਤੇ ਇਹਨੂੰ ਅੱਜ ਕੱਲ੍ਹ ਕਾਫੀ ਸਲੋ ਹੈ, ਕਾਫੀ ਟਾਈਮ ਲੱਗ ਰਿਹਾ, ਤੁਹਾਨੂੰ ਵੇਟ ਕਰਨੀ ਪੈਣੀ ਹੈ। B1 B2 ਵੀਜ਼ੇ ਦੀ ਇੰਟਰਵਿਊ ਤੇ ਕਿੰਨਾ ਟਾਈਮ ਲੱਗ ਰਿਹਾ, ਉਹੀ ਮੈਂ ਦੱਸ ਕੇ ਹਟਿਆ ਜੀ ਕਿ B1 B2 ਦੇ ਜਿਹੜੇ ਆ ਵਿਜ਼ਟਰ ਵੀਜ਼ਾ ਉਹ ਅਪਲਾਈ ਤਾਂ ਹੋ ਰਿਹਾ, ਪਰ ਉਹਦੀਆਂ ਇੰਟਰਵਿਊਜ਼ ਨਹੀਂ ਆ ਰਹੀਆਂ, ਕਿਉਂਕਿ ਉਹਨੂੰ ਇੰਟਰਵਿਊ ਨੂੰ ਕਾਫੀ ਟਾਈਮ ਜਿਹੜਾ ਹੈਗਾ ਉਹ ਲੱਗ ਰਿਹਾ, ਕਿਉਂਕਿ ਉੱਥੇ ਇੰਟਰਵਿਊਜ਼ ਦੇ ਡੇਟਾ ਅਵੇਲੇਬਲ ਹੀ ਹੈ ਨਹੀਂ। ਕਿ ਹੀ ਇਮੀਗ੍ਰੈਂਟ ਵੀਜ਼ੇ ਦਾ ਹਾਲ ਆ, ਜਿਹੜੇ US ਸਿਟੀਜ਼ਨ ਦੇ ਕੇਸ ਨੇ ਉਹਨੇ ਅਪਲਾਈ ਕੀਤੇ ਆ, ਉਹਨਾਂ ਨੂੰ ਦੀਆਂ ਵੀ ਡੇਟਾ ਨਹੀਂ ਆ ਰਹੀਆਂ ਅਜੇ ਤੱਕ। ਤੇ ਅਗਲਾ ਸਵਾਲ ਹੈ ਜੀ ਕਿ ਮੈਂ US ਸਿਟੀਜ਼ਨ ਆ, ਮੈਂ ਆਪਣੇ ਵਾਈਫ ਦਾ ਅਪਲਾਈ ਕੀਤਾ, ਸਾਰੇ ਪੇਪਰ ਜਿਹੜੇ ਹੈਗੇ ਡਾਕੂਮੈਂਟਰੀ ਕੰਪਲੀਟ ਹੋ ਗਏ ਆ, ਤੇ ਅਜੇ ਤੱਕ ਡੇਟ ਨਹੀਂ ਆ ਰਹੀ। ਉਹ ਮੈਨੂੰ ਇਹ ਕਹੀ ਜਾਂਦੇ ਵੀ 2 ਮਹੀਨੇ ਵੇਟ ਕਰੋ, 2 ਮਹੀਨੇ, ਹਾਂਜੀ ਇਸ ਤਰ੍ਹਾਂ ਹੀ ਆ, ਉਹ ਵੇਟ ਕਰਨ ਨੂੰ ਕਹਿ ਰਹੇ ਆ, ਇੰਟਰਵਿਊਜ਼ ਨਹੀਂ ਹੋ ਰਹੀਆਂ, ਲੇਕਿਨ ਇੱਥੋਂ ਸਾਰੇ ਪੇਪਰ ਕੰਪਲੀਟ ਹੋ ਕੇ ਇੱਕ ਵਾਰੀ ਚਲੇ ਜਾਂਦੇ, ਬਾਕੀ ਵੇਟ ਹੀ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਮੈਂ B2 ਵੀਜ਼ੇ ਤੇ ਵਿਜ਼ਟਰ ਵੀਜ਼ੇ ਤੇ ਇੱਥੇ ਅਮਰੀਕਾ 'ਚ ਹੈਗਾ, ਮੈਂ ਐਡਜਸਟਮੈਂਟ ਸਟੇਟਸ ਦਾ ਅਪਲਾਈ ਕੀਤਾ ਸੀ ਸਤੰਬਰ ਦੀ ਔਰ 21 ਬੇਟੀ ਦੀ ਬੇਸ ਤੇ, ਕਿੰਨਾ ਟਾਈਮ ਲੱਗੂਗਾ? ਇਹਨੂੰ ਵੀ 1.5 ਤੋਂ 2 ਸਾਲ ਲੱਗ ਰਹੇ ਆ ਜੀ, ਜੇ ਸਤੰਬਰ 2021 ਚ ਕੀਤਾ ਆ, ਇਹਨੂੰ ਘੱਟੋ ਘੱਟ ਜੇ ਹੋਰ ਤੁਹਾਡਾ ਸਾਲ ਤੋਂ 1.5 ਸਾਲ ਹੋਰ ਲੱਗ ਸਕਦਾ, ਕਿਉਂਕਿ ਆਮ ਤੌਰ ਤੇ ਪਹਿਲਾਂ 8-9 ਮਹੀਨੇ ਚ ਹੋ ਜਾਂਦਾ ਸੀ ਅਪਰੂਵ, ਪਰ ਹੁਣ ਜ਼ਿਆਦਾ ਟਾਈਮ ਲੱਗ ਰਿਹਾ, 1.5 ਤੋਂ 2 ਸਾਲ ਲੱਗ ਰਹੇ ਆ ਜੀ। ਅਗਲਾ ਸਵਾਲ ਹੈ ਜੀ ਕਿ ਇਹ ਕਹਿ ਰਹੇ ਆ ਕਿ F4 ਕੈਟਾਗਰੀ ਜਿਹੜੀ ਆ ਉਹਦਾ ਕੀ ਚੱਲ ਰਿਹਾ। F4 ਕੈਟਾਗਰੀ ਦਾ ਜਿਹੜਾ ਕਾਗਜ਼ਾਂ ਦੇ ਵਿੱਚ ਡੇਟ ਚੱਲ ਰਹੀ ਆ, ਉਹ ਤਾਂ 15 ਸਤੰਬਰ 2005 ਚੱਲ ਰਹੀ ਆ, ਲੇਕਿਨ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਇੱਕ ਸਵਾਲ ਪੁੱਛਿਆ ਸੀਗਾ ਉਹਨਾਂ ਨੇ ਕਿ ਸਾਡਾ ਮਈ ਦੇ ਵਿੱਚ ਸਾਡੀ ਪ੍ਰਾਇੋਰਟੀ ਡੇਟ ਸੀਗੀ ਮਈ 2005 ਦੀ, ਤੇ ਸਾਰੇ ਪੇਪਰ ਜਿਹੜੇ ਆ ਉਹ ਸਬਮਿਟ ਵੀ ਹੋ ਗਏ, ਸਭ ਕੁਝ ਹੋ ਗਿਆ, ਸਾਨੂੰ ਡੇਟ ਨਹੀਂ ਆਈ। ਸੋ ਮੇਰੀ ਜਾਣਕਾਰੀ ਆ ਹੁਣ ਤੱਕ ਜਨਵਰੀ ਫਰਵਰੀ ਵਾਲਿਆਂ ਦੇ ਵੀ ਡੇਟਾਂ ਨਹੀਂ ਆਈਆਂ। ਸੋ ਇਸ ਕਰਕੇ ਇਹ 4-5 ਮਹੀਨੇ ਸਪਟੈਂਬਰ ਤੋਂ ਪਹਿਲਾਂ ਤੱਕ ਦੀਆਂ ਡੇਟਾਂ ਅਜੇ ਨਹੀਂ ਆਈਆਂ। ਸੋ ਫਰਵਰੀ ਮਾਰਚ ਵਾਲਿਆਂ ਦੀਆਂ ਡੇਟਾਂ ਅਜੇ ਤੱਕ ਮਤਲਬ ਬਹੁਤ ਸਾਰੇ ਹੈਗੇ ਜਿਨ੍ਹਾਂ ਨੇ ਕਿ ਫਰਵਰੀ ਮਾਰਚ ਜਿਨ੍ਹਾਂ ਦਾ ਜਿਹੜੀ ਪ੍ਰਾਇੋਰਟੀ ਡੇਟ 2005 ਦੀ ਉਹਨਾਂ ਦੀ ਡੇਟ ਨਹੀਂ ਆਈ। ਸੋ ਇਦਾਂ ਦੇ ਕਾਫੀ ਜਿਹੜੇ ਆ ਉਹ ਹੈਗੇ ਆ। ਅਗਲਾ ਸਵਾਲ ਹੈ ਜੀ ਕਿ ਮੈਂ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ, ਮੈਂ ਇੰਡੀਆ ਜਾ ਸਕਦੀ ਹਾਂ? ਹਾਂਜੀ ਜਾ ਸਕਦੇ ਹੋ। ਸਿਟੀਜ਼ਨਸ਼ਿਪ ਅਪਲਾਈ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕੰਟਰੀ ਆਊਟ ਨਹੀਂ ਕਰ ਸਕਦੇ, ਸਿਰਫ ਇੱਕੋ ਹੀ ਸ਼ਰਤ ਹੈ ਕਿ ਤੁਸੀਂ 6 ਮਹੀਨੇ ਦੇ ਵਿੱਚ ਵਾਪਸ ਮੁੜਨਾ ਹੁੰਦਾ, ਤੁਸੀਂ ਬਾਹਰ 6 ਮਹੀਨੇ ਤੋਂ ਵੱਧ ਨਹੀਂ ਰਹਿ ਸਕਦੇ। ਸੋ ਤੁਸੀਂ ਅਪਲਾਈ ਕਰਕੇ ਜਾਣਾ ਜਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ I-360 ਦਾ ਕੁਝ ਦੱਸੋ। ਦੇਖੋ I-360 ਜਿਹੜੀ ਪਟੀਸ਼ਨ ਹੈਗੀ ਆ, ਇਹਦੇ ਬਾਰੇ ਅੱਡ-ਅੱਡ ਕੈਟਾਗਰੀਆਂ ਦੇ ਵਿੱਚ ਅਪਲਾਈ ਹੁੰਦੀ ਆ, ਤੇ ਇਹਦੇ 'ਚ ਹੁਣ ਇੱਕ ਤਾਂ ਜਿਹੜੇ ਗਾਰਡੀਅਨਸ਼ਿਪ ਦੇ ਕੇਸ ਆ ਉਹਨਾਂ ਦੇ ਵਿੱਚ ਵੀ I-360 ਹੁੰਦੀ ਆ। ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਦਾ ਪ੍ਰੀਸਟ ਦਾ ਕੇਸ ਹੋਵੇ, ਫਰਜ਼ ਕਰੋ R1 ਅਪਰੂਵ ਹੋਇਆ, ਉਸ ਤੋਂ ਬਾਅਦ ਉਹਨੇ ਕਰਨਾ, ਉਹ ਵੀ I-360 ਆ। ਤੇ ਜਿਹੜੇ ਵਾਹਵਾ ਦੇ ਕੇਸ ਅਸੀਂ ਲਾਉਂਦੇ ਉਹ ਵੀ I-360 ਹੁੰਦੀ ਆ। ਸੋ ਇਹਦੇ 'ਚ ਅੱਡ-ਅੱਡ ਜਿਹੜੀਆਂ ਕੈਟਾਗਰੀਆਂ ਦੇ ਵਿੱਚ ਅਪਲਾਈ ਕੀਤੀ ਜਾਂਦੀ ਆ, ਤੇ ਇਹਦਾ ਵੀ ਵੇਟਿੰਗ ਟਾਈਮ ਐਨੀਵੇਅਰ ਬਿਟਵੀਨ 6 ਮਹੀਨੇ ਤੋਂ 1.5 ਸਾਲ ਹੈਗਾ। ਤੇ ਬਾਕੀ ਜੋ ਵੀ ਉਹਦੀ ਜਿਹਨੇ ਅਪਲਾਈ ਕਰਨਾ ਉਹਦੀ ਹੁੰਦੀ ਆ ਸਿਚੁਏਸ਼ਨ, ਉਹਦੇ ਮੁਤਾਬਕ ਉਹ ਕੇਸ ਜਿਹੜਾ ਹੈਗਾ ਉਹ ਬਣਦਾ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਆ ਕਿ ਮੈਂ ਡਿਪੋਰਟ ਹੋਇਆ ਸੀਗਾ ਪਿਛਲੀ ਸਰਕਾਰ ਦੇ ਦੌਰਾਨ, ਟਰੰਪ ਦੇ ਟਾਈਮ 'ਤੇ 18-19 'ਚ, ਦੁਬਾਰਾ ਆ ਸਕਦਾ ਕਿ ਨਹੀਂ? ਜਦੋਂ ਇੱਕ ਵਾਰ ਕਿਸੇ ਨੂੰ ਡੈਪੂਟੇਸ਼ਨ ਲੱਗਦੀ ਹੈ ਜੀ, ਤਾਂ ਉਹ ਡੈਪੂਟੇਸ਼ਨ ਜਾਂ 5 ਸਾਲ ਦੀ ਜਾਂ 10 ਸਾਲ ਦੀ ਹੁੰਦੀ ਆ। ਉਹਦੇ ਵਿੱਚ ਕੋਈ ਪੱਕਾ ਸ਼ਿਓਰ ਨਹੀਂ ਵੀ ਦੁਬਾਰਾ ਤੁਹਾਨੂੰ ਐਂਟਰੀ ਮਿਲੂ ਕਿ ਨਾ ਮਿਲੂ, ਤਾਂ ਹੋ ਸਕਦਾ ਉਹੀ ਪੁਰਾਣਾ ਆਰਡਰ ਰੀਇਨਸਟੇਟ ਕਰ ਦੇਣ। ਸੋ ਜ਼ਿਆਦਾ ਚਾਂਸ ਹੈ ਵੀ ਤੁਹਾਨੂੰ ਐਂਟਰੀ ਨਹੀਂ ਮਿਲੇਗੀ। ਅਗਲਾ ਸਵਾਲ ਹੈ ਜੀ ਕਿ ਮੈਂ 2017 'ਚ ਡਿਪੋਰਟ ਹੋਇਆ ਸੀਗਾ ਮੈਮੀ ਫਲੋਰੀਡਾ ਕੈਂਪ 'ਚੋਂ, 5 ਸਾਲ ਦੀ ਡੈਪੂਟੇਸ਼ਨ ਲੱਗੀ ਸੀ, ਹੁਣ ਮੈਂ ਆ ਸਕਦਾ? ਕੋਈ ਜ਼ਰੂਰੀ ਨਹੀਂ ਜੀ, ਜੇ ਤੁਸੀਂ ਵਾਪਸ ਆਓਗੇ ਤਾਂ ਤੁਹਾਡੇ ਤੇ ਫਿਰ ਦੁਬਾਰਾ ਉਹੀ ਡਿਪੋਰਟੇਸ਼ਨ ਦਾ ਆਰਡਰ ਉਹ ਰੀਇਨਸਟੇਟ ਕਰ ਸਕਦੇ ਆ। ਸੋ ਇਸ ਕਰਕੇ ਇਹ ਕੋਈ ਪੱਕੀ ਗਰੰਟੀ ਨਹੀਂ ਹੈਗੀ, ਜੇ ਆਓਗੇ ਤਾਂ ਤੁਹਾਨੂੰ ਉਹਨਾਂ ਨੇ ਐਂਟਰੀ ਦੇ ਦੇਣੀ ਹੈ। ਅਗਲਾ ਸਵਾਲ ਹੈ ਜੀ ਕਿ
ਇਹ ਦੱਸੋ ਕਿ ਉਹ ਕਹਿੰਦੇ ਆ ਕਿ ਮੈਰਿਜ ਵਿਦ US ਸਿਟੀਜ਼ਨ ਦੇ ਨਾਲ ਕੇਸ ਜਿਹੜਾ ਹੈਗਾ ਜੂਨ ਚ ਹੋਇਆ ਸੀ ਵਿਆਹ, ਤੇ ਜੁਲਾਈ ਦੇ ਵਿੱਚ ਉਹ ਅਪਲਾਈ ਕਰਤਾ। ਬਾਇਓਮੈਟ੍ਰਿਕ ਸਪਟੈਂਬਰ ਚ ਹੋ ਗਏ, ਕਿੰਨਾ ਟਾਈਮ ਲੱਗੂਗਾ ਅੱਗੇ ਦਾ ਜੀ? ਇਹਨਾਂ ਕੇਸਾਂ 'ਚ ਦੇਖੋ, ਜੇ US ਸਿਟੀਜ਼ਨ ਨਾਲ ਵਿਆਹ ਕਿਸੇ ਨੇ ਕਰਾਇਆ ਤਾਂ ਉਹਨੂੰ ਸਾਲ ਡੇਢ ਸਾਲ 'ਚ ਵਾਰੀ ਆ ਜਾਂਦੀ, ਸਭ ਕੁਝ ਹੋ ਜਾਂਦਾ ਸੀ। ਅੱਜ ਕੱਲ੍ਹ ਜ਼ਿਆਦਾ ਟਾਈਮ ਲੱਗ ਰਿਹਾ, ਹੋ ਸਕਦਾ 2 ਸਾਲ ਲੱਗ ਜਾਣ, ਹੋ ਸਕਦਾ 1.5 ਸਾਲ ਲੱਗੇ। ਐਨੀਵੇਅਰ ਬਿਟਵੀਨ 1.5 ਤੋਂ 2 ਸਾਲ ਦਾ ਟਾਈਮ ਹੋਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ B1 B2 ਦੀ ਅਪਡੇਟ ਦਿਓ। B1 B2 ਵਿਜ਼ਟਰ ਵੀਜ਼ੇ ਦੀ ਅਪਡੇਟ ਹੈਗੀ ਆ ਕਿ ਅਪਲਾਈ ਹੋ ਸਕਦਾ, ਪਰ ਇੰਟਰਵਿਊ ਦੀਆਂ ਡੇਟਸ ਨਹੀਂ ਮਿਲ ਰਹੀਆਂ ਉੱਥੇ ਐਮਬੈਸੀ 'ਚ। ਸੋ ਉਹ ਪ੍ਰੋਬਲਮ ਹੈ। ਉੱਦਾਂ ਅਪਲਾਈ ਜਿਹੜਾ ਹੋ ਰਿਹਾ, ਪਰ ਜਿਹੜੇ ਬੰਦਿਆਂ ਨੂੰ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਆਲਰੇਡੀ, ਉਹ ਆ ਸਕਦੇ ਅਮਰੀਕਾ। ਕਾਫੀ ਲੋਕ ਆਏ ਆ ਹੁਣ ਪਿਛਲੇ ਦਿਨਾਂ 'ਚ, ਉਹਨਾਂ ਤੇ ਕੋਈ ਰੁਕਾਵਟ ਨਹੀਂ ਹੈਗੀ, ਉਹ ਆ ਸਕਦੇ ਨੇ। ਉਹਨਾਂ ਨੂੰ ਸਿਰਫ ਉੱਥੋਂ ਇਹ ਹੈਗਾ ਵੀ ਇੱਕ ਤਾਂ ਇਹ ਪ੍ਰੂਵ ਕਰਨਾ ਪੈਂਦਾ ਵੀ ਟੀਕੇ ਲੱਗੇ ਆ ਉਹਨਾਂ ਦੇ, ਤੇ ਇੱਕ ਉਹਨਾਂ ਨੂੰ ਜਿਹੜਾ ਨੈਗੇਟਿਵ ਟੈਸਟ ਕਰਾਉਣਾ ਪੈਂਦਾ, ਤੇ ਉਹ ਆ ਸਕਦੇ, ਕੋਈ ਚੱਕਰ ਨਹੀਂ। ਅਗਲਾ ਸਵਾਲ ਹੈ ਜੀ ਕਿ ਸਾਨੂੰ 1 ਸਾਲ ਹੋ ਗਿਆ ਅਸਾਈਲਮ ਦਾ ਕੇਸ ਲੱਗੇ ਨੂੰ, ਇਹ ਤਾਂ ਕੋਈ ਡੇਟ ਨਹੀਂ ਆਈ, ਤੇ ਕਲੌਕ ਵੀ ਸਟਾਪ ਹੈ ਮੇਰਾ ਓਰੇਗਨ ਪੋਰਟਲੈਂਡ ਦੇ ਵਿੱਚ, ਕੀ ਕਰਨਾ ਚਾਹੀਦਾ? ਡੇਟ ਜਿਹੜੀ ਆ, ਉਹ ਜਿਹਦਾ ਕੋਰਟ ਦੇ ਵਿੱਚ ਕੇਸ ਆ ਉੱਥੇ ਕਲੌਕ ਸਟਾਪ ਹੈ, ਫਿਰ ਤਾਂ ਉਹਨੂੰ ਰਿਕੁਐਸਟ ਕਰਕੇ ਦੇਖ ਲਓ, ਜਿਹੜਾ ਕੋਰਟ ਦੇ ਹੁੰਦਾ ਐਡਮਿਨਿਸਟ੍ਰੇਟਰ ਵੀ ਖੋਲ ਦੇਵੇ, ਜਿਹੜਾ ਕਲੌਕ ਨੂੰ ਚਲਾ ਦੇਵੇ। ਜੇ ਨਹੀਂ ਚਲਾਉਂਦਾ, ਫਿਰ ਦੂਜੀ ਆਪਸ਼ਨ ਹੈਗੀ ਆ ਵੀ ਤੁਸੀਂ ਕਿਸੇ ਹੋਰ ਸਟੇਟ 'ਚ ਮੂਵ ਹੋ ਜਾਓ, ਆਪਣਾ ਕੇਸ ਮੂਵ ਕਰਾ ਲਓ। ਮੂਵ ਕਰਾਏ ਤੇ ਵੀ ਕਈ ਵਾਰੀ ਜਿਹੜਾ ਕਲੌਕ ਚੱਲ ਪੈਂਦਾ, ਤੇ ਉਹਨਾਂ ਨਾਲ ਗੱਲ ਕਰਕੇ ਰਿਕੁਐਸਟ ਕਰਕੇ ਹੀ ਆ, ਹੋਰ ਇਹਦਾ ਕੋਈ ਰਸਤਾ ਨਹੀਂ। ਤੇ ਅਗਲਾ ਸਵਾਲ ਹੈ ਜੀ ਕਿ ਹਾਈ ਕੋਰਟ ਦੇ ਵਿੱਚ ਅਪੀਲ ਪਾਸ ਹੋ ਸਕਦੀ ਹੈ? ਇਹ ਡਿਪੈਂਡ ਕਰਦਾ ਜੀ ਕੇਸ ਦੇ ਉੱਤੇ, ਅਪੀਲਾਂ ਪਾਸ ਹੁੰਦੀਆਂ ਨੇ। ਸਾਡੀਆਂ 2 ਅਪੀਲਾਂ ਪਿਛਲੇ ਮਹੀਨੇ ਦਸੰਬਰ ਦੇ ਸ਼ੁਰੂ ਦੇ ਵਿੱਚ ਪਾਸ ਹੋਈਆਂ ਸੀ BIA ਤੋਂ, ਤੇ ਇੱਕ ਸਾਡੀ ਸਰਕਟ ਕੋਰਟ ਤੋਂ ਵੀ ਰਿਮਾਂਡ ਹੋਇਆ ਸੀ। ਕੇਸ ਤੇ ਡਿਪੈਂਡ ਕਰਦਾ। ਸੋ ਜਿਹੜੀ ਹਾਈ ਕੋਰਟ, ਇੱਕ ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੁੰਦੀ ਹੈ ਇਮੀਗ੍ਰੇਸ਼ਨ ਜੱਜ ਦੇ ਕੇ, ਤੇ ਉਸ ਤੋਂ ਉੱਤੇ ਹੁੰਦੀ ਸਰਕਟ ਕੋਰਟ। ਸੋ ਇਹ ਦੋਨਾਂ ਤੋਂ ਹੀ ਕੇਸ ਜਿਹੜੇ ਆ, ਉਹ ਜੇ ਅਪਰੂਵ ਹੋ ਜਾਣ ਤਾਂ ਉੱਥੋਂ ਸਿੱਧੇ ਪਾਸ ਨਹੀਂ ਹੁੰਦੇ, ਉਹ ਰਿਮਾਂਡ ਬੈਕ ਕਰਦੇ ਉਹਨਾਂ ਨੂੰ, ਇਮੀਗ੍ਰੇਸ਼ਨ ਜੱਜ ਕੋਲ ਵਾਪਸ ਭੇਜ ਦਿੰਦੇ ਰਿਮਾਂਡ ਕਰਕੇ, ਤੇ ਇਮੀਗ੍ਰੇਸ਼ਨ ਜੱਜ ਫਿਰ ਉਹਨੂੰ ਗ੍ਰਾਂਟ ਕਰ ਸਕਦਾ। ਅਗਲਾ ਸਵਾਲ ਜੀ ਕਿ ਅਸਾਈਲਮ ਸੀਕਰ ਕੇਸ ਪਾਸ ਹੋ ਕੇ ਗ੍ਰੀਨ ਕਾਰਡ ਮਿਲ ਜਾਵੇ ਤਾਂ ਵਾਪਸ ਇੰਡੀਆ ਆ ਸਕਦੇ ਆ? ਦੇਖੋ, ਇਸ ਤਰ੍ਹਾਂ ਵੀ ਅਸਾਈਲਮ ਜੋ ਤੁਸੀਂ ਲਿਆ ਤਾਂ ਇਹ ਕਿਹਾ ਵੀ ਸਾਨੂੰ ਇੰਡੀਆ ਦੇ ਵਿੱਚ ਖਤਰਾ, ਤੇ ਇਸ ਕਰਕੇ ਇਹਦੇ 'ਚ ਤੁਸੀਂ ਹੁਣ ਫੇਰ ਵਾਪਸ ਇੰਡੀਆ ਜਾਓਗੇ, ਤੁਹਾਨੂੰ ਕੁਐਸਚਨ ਕੀਤਾ ਜਾ ਸਕਦਾ, 에ਅਰਪੋਰਟ ਤੇ ਜਾ ਤਾਂ ਸਕਦਾ, ਨੋ ਡਾਊਟ। ਤੁਹਾਡੇ ਕੋਲ ਜੇ ਗ੍ਰੀਨ ਕਾਰਡ ਹੈਗਾ ਤੇ ਇੰਡੀਅਨ ਪਾਸਪੋਰਟ ਹੈ, ਯੂ ਕੈਨ ਗੋ, ਤੁਸੀਂ ਜਾ ਸਕਦੇ ਹੋ। ਲੇਕਿਨ ਤੁਹਾਡੇ ਤੇ ਜਦੋਂ ਤੁਸੀਂ ਵਾਪਸ ਆਓਗੇ ਤਾਂ ਅਮਰੀਕਾ ਦੇ ਵਿੱਚ ਜਿਹੜਾ ਉੱਥੇ ਇਮੀਗ੍ਰੇਸ਼ਨ ਆਫਿਸਰ ਆ, ਕੁਐਸਚਨ ਕਰ ਸਕਦਾ ਤੁਹਾਨੂੰ 에ਅਰਪੋਰਟ ਤੇ ਵੀ ਤੁਸੀਂ ਉੱਥੇ ਕਿਉਂ ਗਏ ਆ। ਸੋ ਇਸ ਕਰਕੇ ਇਹ 'ਚ ਖਤਰਾ ਹੋ ਸਕਦਾ, ਪਰ ਜਾਣ ਦੀ ਰੁਕਾਵਟ ਐਜ਼ ਇਟ ਇਜ਼ ਨਹੀਂ ਹੈਗੀ। ਜਿਹੜਾ ਗ੍ਰੀਨ ਕਾਰਡ ਹੋਲਡਰ ਆ ਤੇ ਉਹਦੇ ਕੋਲ ਪਾਸਪੋਰਟ ਹੈਗਾ ਉੱਥੋਂ ਦਾ, ਉਸ ਕੰਟਰੀ ਦਾ, ਉਹ ਜਾ ਜ਼ਰੂਰ ਸਕਦਾ। ਅਗਲਾ ਸਵਾਲ ਹੈ ਜੀ ਕਿ ਸਰ ਹੁਣ ਬੰਦੇ ਕੈਂਪ ਚੋਂ ਨਿਕਲ ਰਹੇ ਨੇ? ਹਾਂਜੀ, ਬਿਲਕੁਲ ਨਿਕਲ ਰਹੇ ਆ, ਤੇ ਮੈਂ ਹੁਣੇ ਦੱਸ ਕੇ ਹਟਿਆ ਵੀ 8 ਬੰਦੇ ਅਸੀਂ ਕਢਾਏ ਆ। ਸੋ ਇਸ ਕਰਕੇ ਕੈਂਪਾਂ 'ਚੋਂ ਆ ਰਹੇ ਆ। ਬਲਕਿ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ, ਉਹ ਵੀ ਆਪਣੇ ਬੰਦਿਆਂ ਤੇ ਅਜੇ ਲਾਗੂ ਨਹੀਂ ਹੋਈ, ਤੇ ਉਹ ਉਸੇ ਤਰ੍ਹਾਂ ਹੀ ਆ ਰਹੇ ਨੇ ਜਿਵੇਂ ਪਹਿਲਾਂ ਆਉਂਦੇ ਸੀਗੇ। ਤੇ ਕਈਆਂ ਨੂੰ ਤਾਂ ਉਹ 2 ਦਿਨ 'ਚ ਹੀ ਛੱਡ ਦਿੰਦੇ ਆ, ਤੇ ਜਿਹਨੂੰ ਕਹਿੰਦੇ ਚੌਂਕੀ 'ਚੋਂ, ਤੇ ਕਈਆਂ ਨੂੰ ਉਹ ਫਿਰ ਕੈਂਪ 'ਚ ਲੈ ਜਾਂਦੇ ਆ। ਉੱਥੇ ਫਿਰ ਬੌਂਡ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਜੱਜ ਕੋਲ ਜਾਂ ਆਈਸ ਵਾਲੇ ਕਰਦੇ ਆ, ਤੇ ਇਸ ਕਰਕੇ ਜਿਹੜੇ ਰਿਮੇਨ ਇਨ ਮੈਕਸੀਕੋ ਪਾਲਿਸੀ ਨਾ ਲਾਗੂ ਹੋਣ ਕਰਕੇ ਆਪਣੇ ਬੰਦਿਆਂ ਨੂੰ ਅਮਰੀਕਾ 'ਚੋਂ ਐਂਟਰੀ ਦੇ ਰਹੇ ਆ। ਅਗਲਾ ਸਵਾਲ ਹੈ ਜੀ ਕਿ ਤੁਸੀਂ ਸਿਟੀਜ਼ਨ ਦੇ ਲਈ ਅਪਲਾਈ ਕਰ ਸਕਦਾ? ਹਾਂ, ਮੈਂ ਅਮਰੀਕਾ, ਹਾਂਜੀ ਤੁਸੀਂ ਕਰ ਸਕਦੇ ਹੋ ਜੀ। ਸ਼ਰਤਾਂ ਇਹੀ ਹੁੰਦੀਆਂ ਨੇ ਵੀ 5 ਸਾਲ ਐਜ਼ ਏ ਗ੍ਰੀਨ ਕਾਰਡ ਹੋਲਡਰ ਤੁਹਾਨੂੰ ਹੋ ਗਏ ਹੋਣ। ਉਹ 5 ਸਾਲਾਂ ਦੇ ਵਿੱਚ ਉਹਦਾ ਟਾਈਮ ਜਿਹੜਾ 2.5 ਸਾਲ ਤੁਸੀਂ ਅਮਰੀਕਾ ਦੇ ਵਿੱਚ ਰਹੇ ਹੋਵੋ, ਤੇ 6 ਮਹੀਨੇ ਤੋਂ ਵੱਧ ਬਾਹਰ ਨਾ ਰਹੇ ਹੋਵੋ, ਕੋਈ ਕ੍ਰਿਮੀਨਲ ਰੈਕਡ ਨਾ ਹੋਵੇ, ਤੇ ਜੇ ਤੁਸੀਂ US ਸਿਟੀਜ਼ਨ ਦੇ ਨਾਲ ਵਿਆਹ ਕਰਾ ਕੇ ਪੱਕੇ ਹੋਏ ਹੋ ਤਾਂ ਫਿਰ ਜੇ ਉਹਨੂੰ ਸਿਟੀਜ਼ਨ ਬਣੇ ਨੂੰ 3 ਸਾਲ ਤੋਂ ਉੱਪਰ ਹੋ ਗਏ ਤਾਂ ਫਿਰ ਤੁਸੀਂ 3 ਸਾਲਾਂ ਬਾਅਦ ਵੀ ਕਰ ਸਕਦੇ ਹੋ। ਤੇ ਉਹਦਾ ਟੈਸਟ ਹੁੰਦਾ ਬਕਾਇਦਾ, ਸਿਵਿਕਸ ਦਾ, ਹਿਸਟਰੀ ਦਾ, ਇੰਗਲਿਸ਼ ਦਾ, ਜੋ ਉਹ ਪਾਸ ਕਰਨਾ ਜ਼ਰੂਰੀ ਹੁੰਦਾ ਜੀ। ਅਗਲਾ ਸਵਾਲ ਹੈ ਜੀ ਕਿ F3 ਕੇਸ ਜਿਹੜਾ ਉਹ ਡਾਕੂਮੈਂਟਰੀ ਕੁਆਲੀਫਾਈਡ ਹੋ ਗਿਆ ਸੀ 20 ਮਾਰਚ 20 ਨੂੰ, ਸਾਡੀ ਇੰਟਰਵਿਊ ਨਹੀਂ ਆਈ। F3 ਕੇਸ ਹੁੰਦਾ ਜੀ US ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚੇ ਤੇ ਉਹਨਾਂ ਦੇ ਬੱਚਿਆਂ ਦਾ, ਤੇ ਇਹਦੇ ਵਿੱਚ ਟਾਈਮ ਲੱਗ ਰਿਹਾ। ਇਹਦੇ ਜਿਹੜੀ ਹੁਣ ਚੱਲ ਰਹੀ ਆ ਕੈਟਾਗਰੀ, ਉਹ ਟਾਈਮ ਉਹ ਚੱਲ ਰਿਹਾ ਜੀ 22 ਨਵੰਬਰ 2008, ਪਰ ਅਜੇ ਤੱਕ ਡੇਟਾ ਨਹੀਂ ਆ ਰਹੀਆਂ। ਉਹੀ ਸਮੱਸਿਆ ਡੇਟਾਂ ਦੀ, ਅਸੀਂ ਮਤਲਬ ਕਾਫੀ ਟਰਾਈ ਕਰ ਰਹੇ ਹਾਂ ਐਮਬੈਸੀ ਨਾਲ, ਜਿਹੜੀ ਮੁੰਬਈ ਦੇ ਵਿੱਚ ਹੈਗੀ, ਵੀ ਡੇਟਾ ਦੇਣ, ਪਰ ਅਜੇ ਇੰਟਰਵਿਊ ਦੀਆਂ ਡੇਟਾਂ ਉਹ ਨਹੀਂ ਦੇ ਰਹੇ। ਸੋ ਵੇਟ ਹੀ ਕਰਨੀ ਪੈਣੀ ਆ। ਤੇ ਅਗਲਾ ਸਵਾਲ ਹੈ ਜੀ ਕਿ ਅਸਾਈਲਮ ਦਾ ਕੇਸ ਸਾਡਾ ਜੂਨ 21 ਚ ਅਪਲਾਈ ਕੀਤਾ ਸੀ, 180 ਦਿਨ ਬਾਅਦ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ। ਦੇਖੋ, ਇਸ ਤਰ੍ਹਾਂ ਜੇ ਤੁਸੀਂ ਜੂਨ ਚ ਅਪਲਾਈ ਕੀਤਾ, ਤੁਹਾਨੂੰ ਕੋਈ ਲੈਟਰ ਆ ਗਿਆ ਹੋਣਾ, ਤੁਹਾਡੇ ਫਿੰਗਰਪ੍ਰਿੰਟ ਹੋ ਗਏ ਹੋਣਗੇ। ਜੇ 180 ਦਿਨ ਹੋ ਗਏ ਫਿੰਗਰਪ੍ਰਿੰਟ ਹੋਇਆਂ ਨੂੰ, ਲੈਟਰ ਆਏ ਨੂੰ, ਤੁਸੀਂ ਵਰਕ ਪਰਮਿਟ ASAP ਦੀ ਮੈਂਬਰਸ਼ਿਪ ਲੈ ਕੇ ਉਹ ਕਰ ਸਕਦੇ ਹੋ, ਕਿਉਂਕਿ ਇੰਟਰਵਿਊ ਦਾ ਕੋਈ ਸ਼ੋਰ ਨਹੀਂ ਹੁੰਦਾ ਵੀ ਕਦੋਂ ਆਉਣੀ ਹੈ। ਕਈ ਵਾਰ ਤਾਂ ਇੰਟਰਵਿਊ ਝੱਟ ਹੀ 2 ਮਹੀਨੇ 'ਚ ਆ ਜਾਂਦੀ ਹੈ, ਕਈ ਵਾਰੀ ਇੰਟਰਵਿਊ ਮਹੀਨੇ 'ਚ ਵੀ ਆ ਜਾਂਦੀ ਅਪਲਾਈ ਕਰਨ ਤੋਂ ਬਾਅਦ, ਤੇ ਕਈ ਵਾਰੀ ਇੰਟਰਵਿਊ ਕੀ 2 ਸਾਲ ਨਹੀਂ ਆਉਂਦੀ, 3-3 ਸਾਲ ਨਹੀਂ ਆਉਂਦੀ।
ਪਰ ਵਰਕ ਪਰਮਿਟ ਜਿਹੜਾ ਉਹ ਤੁਸੀਂ ਜਦੋਂ ਤੁਹਾਡਾ ਕੇਸ ਅਪਲਾਈ ਹੋਇਆ ਤੁਹਾਨੂੰ ਰਿਸੀਵ ਲੈਟਰ ਆਇਆ ਤੇ ਉਸ ਤੋਂ ਬਾਅਦ 6 ਮਹੀਨੇ ਬਾਅਦ 180 ਦਿਨ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ ਜੇ ਤੁਸੀਂ ASAP ਦੀ ਮੈਂਬਰਸ਼ਿਪ ਲਈ ਹੈ। ਇਹ ਹੈ ਜੀ। ਅਗਲਾ ਸਵਾਲ ਹੈ ਜੀ ਕਿ ਮੈਕਸੀਕੋ ਬਾਰਡਰ ਤੇ ਜਿਹੜੀ ਉਹ ਪਾਲਿਸੀ ਹੈਗੀ ਆ ਰਿਮੇਨ ਇਨ ਮੈਕਸੀਕੋ ਵਾਲੀ ਉਹ ਲਾਗੂ ਹੋਈ ਆ ਕਿ ਨਹੀਂ ਹੋਈ। ਉਹ ਮੈਂ ਦੱਸ ਕੇ ਹਟਿਆ ਜੀ ਕਿ ਆਪਣੇ ਪੰਜਾਬੀਆਂ ਤੇ ਲਾਗੂ ਅਜੇ ਤੱਕ ਨਹੀਂ ਹੋਈ ਤੇ ਉਸੇ ਤਰ੍ਹਾਂ ਹੀ ਬੰਦੇ ਆ ਰਹੇ ਆ ਤੇ ਆ ਕੇ ਉਹਨਾਂ ਨੂੰ ਜਿਹੜਾ ਹੈਗਾ ਛੱਡ ਵੀ ਰਹੇ ਆ ਤੇ ਉਹ ਲਾਗੂ ਅਜੇ ਤੱਕ ਨਹੀਂ ਹੋਈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਸਭ ਤੋਂ ਵਧੀਆ ਤਰੀਕਾ ਅਮਰੀਕਾ ਆਉਣ ਦਾ ਕੀ ਹੈ। ਸਭ ਤੋਂ ਵਧੀਆ ਤਰੀਕਾ ਤਾਂ ਲੀਗਲੀ ਹੈ ਜੀ ਅਮਰੀਕਾ ਆਉਣ ਦਾ। ਤੁਸੀਂ ਲੀਗਲ ਤਰੀਕੇ ਨਾਲ ਆਓ, ਜਾਂ ਵਿਜ਼ਟਰ ਵੀਜ਼ੇ ਤੇ ਆਓ, ਜਾਂ ਸਟੂਡੈਂਟ ਵੀਜ਼ੇ ਤੇ ਆਓ, ਜਾਂ H1 ਤੇ ਆਓ, ਜਾਂ ਤੁਹਾਨੂੰ ਕੋਈ ਸਪਾਂਸਰ ਕਿਸੇ ਨੇ ਕੀਤਾ ਜਿਵੇਂ ਭਰਾ ਭੈਣ ਦੀ ਕੈਟਾਗਰੀ 'ਚ ਹਸਬੈਂਡ ਵਾਈਫ ਦੀ ਕੋਈ ਸਿਟੀਜ਼ਨ ਹਸਬੈਂਡ ਜਾਂ ਵਾਈਫ ਉਹਨੇ ਕੀਤਾ, ਜਾਂ ਕੋਈ ਬੱਚਾ ਸਿਟੀਜ਼ਨ ਆ ਉਹਨੇ ਕੀਤਾ। ਸੋ ਇਹ ਕੈਟਾਗਰੀਆਂ ਹੈਗੀਆਂ, ਇਹਨਾਂ ਤੇ ਆਉਣਾ। ਜਾਂ ਪ੍ਰੀਸਟ ਹੈ ਕੋਈ ਉਹ ਆ ਸਕਦਾ R1 ਤੇ। ਸੋ ਇਹ ਜਿਹੜੀਆਂ ਹੈਗੀਆਂ ਇਹ ਕੈਟਾਗਰੀਆਂ ਨੇ ਜਿਨ੍ਹਾਂ ਤੁਸੀਂ ਆ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ 21 ਸਾਲ ਦਾ ਜਿਹੜਾ ਬੱਚਾ ਹੋ ਗਿਆ ਹੋਵੇ ਤੇ ਉਹ ਜਿਹੜਾ ਕੀ ਕਰ ਸਕਦਾ। ਦੇਖੋ ਜੀ, ਜੇ ਤੁਹਾਡਾ ਮਤਲਬ ਇਹ ਆ ਵੀ 21 ਤੋਂ ਉੱਪਰ ਹੋ ਗਿਆ ਤਾਂ ਉਹਨੂੰ ਜਿਹੜੀ ਉਹ ਇਹ CSPA ਦੇ ਅੰਡਰ, ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੋ ਸਕਦਾ ਉਹ, ਜੇ ਕਿਸੇ ਨੇ ਅਪਲਾਈ ਕੀਤਾ। ਲੇਕਿਨ ਉਹਦੀ ਖਾਸ ਕੈਲਕੂਲੇਸ਼ਨ ਹੁੰਦੀ ਆ ਉਹਦੇ 'ਚ। ਇਹ ਆ ਕਿ ਜਦੋਂ ਅਪਲਾਈ ਕੀਤਾ ਕੇਸ ਉਹ ਦੇਖਣਾ ਪੈਂਦਾ, ਜਦੋਂ ਅਪਰੂਵ ਹੋ ਗਿਆ ਉਹ ਡੇਟ ਦੇਖੋ ਤੇ ਉਹਨਾਂ ਦੇ ਵਿੱਚੋਂ ਜਦੋਂ ਡੇਟ ਪ੍ਰਾਇਓਰਟੀ ਦੀ ਕਰੰਟ ਆ ਉਹਦੀ ਉਮਰ ਘਟਾਈ ਜਾਂਦੀ ਹੈ। ਜੇ 21 ਤੋਂ ਘੱਟ ਰਹਿ ਜੇ ਤਾਂ ਉਹਨੂੰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਤਹਿਤ ਉਹ ਇੱਥੇ ਆ ਸਕਦਾ। ਅਗਲਾ ਸਵਾਲ ਜੀ ਕਿ ਅਸਾਈਲਮ ਕੇਸ ਬਾਰੇ ਮੈਂ ਇਨਫੋਰਮੇਸ਼ਨ ਲੈਣੀ ਹੈ, ਗੱਲ ਕਰਨੀ ਹੈ। ਤੁਸੀਂ ਕਰ ਸਕਦੇ ਹੋ ਜੀ। ਸਾਡਾ ਨੰਬਰ ਹੈ 9179154142, ਜਾਂ ਤੁਸੀਂ ਮੇਰੇ ਆਫਿਸ ਦੇ ਨੰਬਰ ਤੇ ਕਰ ਲਓ 7185338444 7185338444। ਸਾਡਾ ਆਫਿਸ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਆ, ਨਿਊ ਜਰਸੀ 'ਚ ਆ, ਤੇ ਕੈਲੀਫੋਰਨੀਆ 3 ਦਫ਼ਤਰ ਨੇ, ਇੱਕ ਫਰੀਮਾਉਂਟ, ਇੱਕ ਹੈਗਾ ਸੈਕਰਾਮੈਂਟੋ ਤੇ ਇੱਕ ਪ੍ਰਿਜ਼ਨੋ। ਫਰੀਮਾਉਂਟ ਵਾਲੇ ਦਾ ਨੰਬਰ ਹੈ 5106576444। ਅਗਲਾ ਸਵਾਲ ਹੈ ਕਿ ਜਿਹੜੇ ਇੰਡੀਆ ਤੋਂ, ਪੰਜਾਬ ਤੋਂ US ਅਸਾਈਲਮ ਕੇਸ ਲਈ USA ਮੈਕਸੀਕੋ ਦਾ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਉਹਨਾਂ ਨੂੰ ਜਿਹੜਾ ਹੈਗਾ ਉਹ ਕੀ ਸ਼ੋਅ ਕਰਨ ਕਿ ਉਹਨਾਂ ਨੂੰ ਖਤਰਾ ਹੁੰਦਾ, ਤੇ ਜੇ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜੇ ਤਾਂ ਉਹ ਵਾਪਸ ਜਾ ਸਕਦੇ। ਖਤਰਾ ਤਾਂ ਦੇਖੋ ਜੀ, ਅਸਾਈਲਮ ਦੇ ਕੇਸ ਦੇ ਮੈਂ ਅੱਗੇ ਇੱਕ ਦੱਸਿਆ ਸੀ ਵੀਡੀਓ 'ਚ ਕਿ 5 ਗਰਾਊਂਡ ਹੁੰਦੇ ਆ। ਉਹ 5 ਗਰਾਊਂਡਾਂ ਦੇ ਵਿੱਚ ਕੇਸ ਹੋਣਾ ਚਾਹੀਦਾ, ਤੇ ਉਹ 5 ਗਰਾਊਂਡਾਂ ਦੇ ਵਿੱਚ ਜੇ ਉਹਦਾ ਕੇਸ ਹੈਗਾ ਤੇ ਉਹਨੂੰ ਜਿਹੜਾ ਮੌਜੂਦਾ ਉੱਥੇ ਨਿਜ਼ਾਮ ਹੈ, ਸਰਕਾਰ ਆ, ਉਹ ਤੋਂ ਖਤਰਾ ਕਿਸੇ ਕਿਸਮ ਦਾ ਉਹ ਪ੍ਰੂਵ ਕਰ ਸਕੇ, ਉਹਦੇ ਕੋਲ ਐਵੀਡੈਂਸ ਹੋਵੇ, ਤਾਂ ਉਹਦਾ ਕੇਸ ਪਾਸ, ਉਹ ਆਪਣਾ ਕੇਸ ਲਾ ਸਕਦਾ। ਫਿਰ ਜੇ ਕੇਸ ਹੋ ਗਿਆ ਉਸ ਤੋਂ 1 ਸਾਲ ਬਾਅਦ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ, ਆਫਟਰ 1 ਈਅਰ। ਫਿਰ ਤੋਂ ਗ੍ਰੀਨ ਕਾਰਡ ਆ ਗਿਆ। ਜ਼ਿਆਦਾ ਲੋਕੀ ਇਹ ਪੁੱਛਦੇ ਨੇ ਕਿ ਅਸੀਂ ਇੰਡੀਆ ਜਾ ਸਕਦੇ ਹਾਂ ਗ੍ਰੀਨ ਕਾਰਡ ਲੈ ਕੇ, ਜਾਂ ਆਪਣੀ ਕੰਟਰੀ ਜਾ ਸਕਦੇ ਹਾਂ। ਉਹ 'ਚ ਰੁਕਾਵਟ ਕੋਈ ਨਹੀਂ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ। ਲੇਕਿਨ ਮੈਂ ਰਿਕਮੈਂਡ ਨਹੀਂ ਕਰਦਾ, ਕਿਉਂਕਿ ਜਦੋਂ ਤੁਸੀਂ ਜਾਂਦੇ ਆ ਤੁਹਾਨੂੰ ਵਾਪਸ ਆਉਣ ਤੇ ਪੁੱਛ ਸਕਦੇ ਵੀ ਤੁਸੀਂ ਤਾਂ ਅਸਾਈਲਮ ਲਿਆ, ਉੱਥੇ ਤੁਸੀਂ ਕਿਉਂ ਗਏ ਆ। ਸੋ ਇਸ ਕਰਕੇ ਜਾਣ 'ਚ ਕੋਈ ਐਜ਼ ਇਟ ਇਜ਼ ਲੀਗਲ ਲੜੀ ਪਾਬੰਦੀ ਨਹੀਂ ਆ ਕੇਸ ਪਾਸ ਹੋਣ ਤੋਂ ਬਾਅਦ, ਪਰ ਪਹਿਲਾਂ ਨਹੀਂ ਜਾ ਸਕਦੇ ਹੋ। ਅਗਲਾ ਸਵਾਲ ਅੱਜ ਦਾ ਆਖਰੀ ਸਵਾਲ ਹੈ ਜੀ ਕਿ ਤੁਸੀਂ ਇਹ ਦੱਸੋ ਕਿ ਗੁਰਦੁਆਰਾ ਸਾਹਿਬ ਵੱਲੋਂ ਅਪਲਾਈ ਕੀਤਾ ਸੀਗਾ ਤੇ I-485 ਦਾ ਜਿਹੜਾ ਹੈਗਾ ਉੱਥੇ ਕੀ ਕੰਡੀਸ਼ਨ ਚੱਲ ਰਹੀ ਹੈ। ਦੇਖੋ, ਜਦੋਂ ਕੋਈ ਗੁਰਦੁਆਰਾ ਸਾਹਿਬ ਵੱਲੋਂ ਅਪਲਾਈ ਕਰਦਾ, ਪਹਿਲਾਂ R1 ਵੀਜ਼ਾ ਨੂੰ ਲੈਣਾ ਪੈਂਦਾ, ਫਿਰ R1 ਤੇ 2 ਸਾਲ ਉਹਨੂੰ ਸ਼ੋਅ ਕਰਨਾ ਪੈਂਦਾ ਕੰਮ ਕੀਤਾ ਤੇ ਉੱਥੇ ਔਨ ਪੇ। ਫਿਰ ਉਦੋਂ ਬਾਅਦ ਜਿਹੜੀ ਪਟੀਸ਼ਨ ਹੁੰਦੀ I-360 ਤੇ ਗ੍ਰੀਨ ਕਾਰਡ ਅਪਲਾਈ ਹੁੰਦਾ। ਸੋ ਉਹਨੂੰ ਵੀ ਅੱਜ ਕੱਲ੍ਹ ਕਾਫੀ ਵੇਟ ਹੈ ਜੀ, ਤੇ ਉਹਦੀ 1.5-2 ਸਾਲ ਦੀ ਵੇਟ, ਜ਼ਿਆਦਾ ਟਾਈਮ ਵੀ ਲੱਗ ਸਕਦਾ। ਹਰੇਕ ਦਾ ਜਿਹੜਾ ਹੈਗਾ ਉਹ ਡਿਫਰੈਂਟ ਹੈ। ਤੇ ਇਹ ਸੀ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ, ਤੇ ਮੈਨੂੰ ਆਸ ਹੈ ਕਿ ਤੁਹਾਡਾ ਪ੍ਰੋਗਰਾਮ ਮੈਨੂੰ ਪਸੰਦ ਆਇਆ, ਜਿਹੜਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਜਿਹੜੇ ਹੋਰ ਵੀ ਤੁਹਾਡੇ ਸਵਾਲਾਂ ਦੇ ਜਵਾਬ ਨੇ ਉਹ ਤੁਸੀਂ ਮੈਨੂੰ ਇਹਦੇ ਅੰਡਰ ਲਿਖ ਕੇ ਭੇਜੋ ਵੀਡੀਓ ਦੇ, ਤੇ ਮੈਂ ਤੁਹਾਨੂੰ ਉਹਦੇ ਜਵਾਬ ਜਿਹੜੀ ਅਗਲੀ ਵੀਡੀਓ ਆ ਉਹਦੇ ਵਿੱਚ ਜ਼ਰੂਰ ਦਿਆਂਗਾ। ਇਹਦੇ ਨਾਲ ਹੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।